ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਰਣਜੀਤ ਸਿੰਘ ਸਿੱਧੂ ਵੱਲੋਂ ਸਤਿ ਸ੍ਰੀ ਅਕਾਲ। ਪ੍ਰੋਗਰਾਮ ਸੁਰਖੀਆਂ ਦੇ ਆਰ-ਪਾਰ ਬਿਯੋਂਡ ਦਾ ਹੈਡਲਾਈਨਸ ਵਿੱਚ ਇੱਕ ਵਾਰ ਫਿਰ ਆਪ ਸਭ ਦਾ ਸਵਾਗਤ ਹੈ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਗੱਲਬਾਤ ਕਰਾਂਗੇ ਕੈਲਗਰੀ ਸ਼ਹਿਰ ਬਾਰੇ। ਕੈਲਗਰੀ ਸ਼ਹਿਰ ਦੇ ਵਾਰਡ ਨੰਬਰ 5 ਤੋਂ ਨੌਜਵਾਨ ਕਾਉਂਸਲਰ ਰਾਜ ਧਾਲੀਵਾਲ ਅੱਜ ਸਾਡੇ ਸਟੂਡੀਓ ਵਿੱਚ ਆਏ ਨੇ ਤੇ ਅੱਜ ਉਹਨਾਂ ਤੋਂ ਕੁਝ ਅਪਡੇਟਸ ਲਵਾਂਗੇ ਕੈਲਗਰੀ ਸ਼ਹਿਰ ਦੇ ਬਾਰੇ, ਵਾਰਡ ਨੰਬਰ 5 ਦੇ ਬਾਰੇ। ਰਾਜ ਭਾਜੀ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ ਫॉर ਹੈਵਿੰਗ ਮੀ ਤੇ ਤੁਹਾਡੇ ਸਾਰੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਵੈਸੇ ਤਾਂ ਤੁਸੀਂ ਸਾਡੇ ਪ੍ਰੋਗਰਾਮਾਂ 'ਚ ਪਹਿਲਾਂ ਵੀ ਆ ਚੁੱਕੇ ਹੋ, ਕਾਉਂਸਲਰ ਬਣਨ ਤੋਂ ਪਹਿਲਾਂ ਵੀ ਅਤੇ ਬਾਅਦ ਵਿੱਚ ਵੀ, ਪਰ ਕਾਉਂਸਲਰ ਬਣਨ ਤੋਂ ਬਾਅਦ ਮੇਰੇ ਖਿਆਲ ਮੇਰੇ ਨਾਲ ਤੁਹਾਡੀ ਪਹਿਲੀ ਇੰਟਰਵਿਊ ਹੈ। ਬਿਲਕੁਲ। ਸੋ ਮੈਂ ਥੋੜ੍ਹਾ ਜਿਹਾ ਜਾਣਨਾ ਚਾਹਾਂਗਾ ਕਿ ਤੁਸੀਂ ਜਿਹੜੀਆਂ ਪਹਿਲਾਂ ਜੌਬਸ ਕਰਦੇ ਸੀਗੇ, ਵੈਸੇ ਆਇਲ ਇੰਡਸਟਰੀ ਦੇ ਵਿੱਚ ਕਰਦੇ ਸੀ, ਹੁਣ ਬਿਲਕੁਲ ਹੀ ਇੱਕ ਡਿਫਰੈਂਟ ਜੌਬ ਦੇ ਵਿੱਚ ਆ ਗਏ ਹੋ, ਕਿਸ ਤਰ੍ਹਾਂ ਫੀਲ ਹੋ ਰਿਹਾ ਜੀ? ਨਹੀਂ ਜੀ, ਬਿਲਕੁਲ ਆਪਾਂ ਪਹਿਲਾਂ ਵੀ ਮਿਲਦੇ ਰਹੇ ਹਾਂ, ਪਰ ਤੁਹਾਡੇ ਨਾਲ ਮੇਰੀ ਪਹਿਲੀ ਇਹ ਹੈਗੀ ਹੈ ਡਿਸਕਸ਼ਨ। ਚੇਂਜ ਹੈ ਜੀ, ਮਾਈਂਡਸੈਟ ਚੇਂਜ ਬਹੁਤ ਵੱਡਾ ਵਾ। ਤੁਹਾਨੂੰ ਡਿਫਰੈਂਟ ਵੇ ਨਾਲ ਸੋਚਣਾ ਪੈਂਦਾ। ਆਇਲ ਐਂਡ ਗੈਸ ਦੇ ਵਿੱਚ ਇਹ ਸੀਗਾ ਵੀ 8 ਤੋਂ 4 4:30 ਜੌਬ ਕਰਕੇ ਘਰੇ ਆ ਜਾਈਦਾ ਹੀ ਸੀਗਾ। ਉਸ ਤੋਂ ਬਾਅਦ ਕੋਈ ਫੋਨ ਨਹੀਂ, ਕੋਈ ਕੁਛ ਨਹੀਂ, ਵੀਕਐਂਡ ਆਪਣਾ ਵਾ। ਹੁਣ 7 ਦਿਨ ਮਤਲਬ ਆਪਣੇ ਜਿਹੜੇ ਰੈਜ਼ੀਡੈਂਟਸ ਨੇ ਕੈਲਗਰੀ ਦੇ, ਉਹਨਾਂ ਦੀ ਸੇਵਾ ਚਲਾਈ ਦੇ ਨੇ ਤੇ ਕੋਈ 8-4 ਵਾਲਾ ਸਕੈਜੂਲ ਨਹੀਂ। ਕਈ ਵਾਰ ਰਾਤ ਦੇ 12 ਵਜੇ ਵੀ ਕਾਲ ਆ ਜਾਂਦੀ ਆ। ਸੋ ਓਵਰਆਲ 24/7 ਸਾਨੂੰ ਹਾਜ਼ਰੀ ਭਰਨੀ ਪੈਂਦੀ ਆ ਤੇ ਅਵੇਲੇਬਲ ਹੋਣਾ ਪੈਂਦਾ ਵਾ। ਸੋ ਪਰ ਜਦੋਂ ਕਹਿੰਦੇ ਹੁੰਦੇ ਆ ਕਿ ਜਦੋਂ ਤੁਸੀਂ ਸਾਈਨ ਅਪ ਕਰਦੇ ਹੋ ਕਿਸੇ ਜੌਬ ਲਈ ਤੁਹਾਨੂੰ ਪਤਾ ਹੁੰਦਾ। ਸੋ ਮੈਂ ਇਹਦੇ ਲਈ ਸਾਈਨ ਅਪ ਕੀਤਾ, ਮੈਨੂੰ ਖੁਸ਼ੀ ਆ। 4.5 ਮਹੀਨੇ ਹੋ ਗਏ ਨੇ। ਕੱਲ ਮੈਂ ਕਾਉਂਸਲਰ ਵੌਂਗ ਨਾਲ ਬੈਠਾ ਸੀਗਾ, ਉਹ ਦਿਨ ਬਾਏ ਦਿਨ ਕਾਊਂਟ ਰੱਖਦੇ ਨੇ। ਕੱਲ ਮੈਨੂੰ ਕਹਿ ਰਹੇ ਸੀ 143 ਦਿਨ ਹੋ ਗਏ ਨੇ ਰਾਜ ਆਪਾਂ ਨੂੰ ਇਲੈਕਟ ਹੋਏ ਹੋਏ। ਵਾਹ ਜੀ। ਸੋ ਅੱਜ 144 ਦਿਨ ਹੋ ਗਏ ਨੇ। ਸੋ ਖੁਸ਼ੀ ਹੈ ਜੀ, ਸੇਵਾ ਕਰਨ ਦਾ ਮੌਕਾ ਮਿਲਿਆ ਵਾ, ਪ੍ਰਮਾਤਮਾ ਨੇ ਬਖਸ਼ਿਆ ਵਾ ਤੇ ਕਰ ਰਹੇ ਆ। ਤੇ ਮਾਈਂਡਸੈਟ ਜਿੱਦਾਂ ਮੈਂ ਪਹਿਲਾਂ ਕਿਹਾ ਚੇਂਜ ਹੈਗਾ ਵਾ, ਪਰ ਹੌਲੀ ਹੌਲੀ ਉਹਨੂੰ ਆਪਾਂ ਅਡਾਪਟ ਕਰ ਰਹੇ ਹਾਂ ਜੀ। ਰਾਜ ਭਾਈ, ਜਿੱਦਾਂ ਤੁਸੀਂ ਜਾਣਦੇ ਹੋ ਕਿ ਧਾਲੀਵਾਲ ਸਾਹਿਬ ਕਿ ਜਿਹੜਾ ਤਿੰਨੇ ਹੀ ਸਾਡੀਆਂ ਗੌਰਮੈਂਟ ਨੇ, ਉਹਨਾਂ ਦੇ ਸਾਰਿਆਂ ਦੇ ਵੱਖਰੇ ਵੱਖਰੇ ਕੰਮ ਨੇ। ਫੈਡਰਲ ਗੌਰਮੈਂਟ ਦੇ ਆਪਣੇ ਕੰਮ ਨੇ, ਅਲਬਰਟਾ ਗੌਰਮੈਂਟ ਦੇ ਆਪਣੇ ਕੰਮ ਨੇ, ਸਿਟੀ ਦੇ ਆਪਣੇ ਕੰਮ ਨੇ। ਕਈ ਵਾਰੀ ਥੋੜ੍ਹੀ ਜਿਹੀ ਲੋਕਾਂ 'ਚ ਕਨਫਿਊਜ਼ਨ ਹੋ ਜਾਂਦੀ ਹੈ ਕੰਮ ਨੂੰ ਲੈ ਕੇ, ਪਰ ਸਿਟੀ ਬਹੁਤ ਸਾਰੇ ਕੰਮ ਕਰਦੀ ਹੈ। ਪਰ ਜਿਹੜੀ ਇੱਕ ਚੀਜ਼ ਜਦੋਂ ਸਨੋ ਪੈਂਦੀ ਹੈ ਤੇ ਉਹਦੇ ਰਿਮੂਵਲ ਨੂੰ ਲੈ ਕੇ ਹੀ ਦੇਖਿਆ ਜਾਂਦਾ ਕਿ ਸਿਟੀ ਵਧੀਆ ਕੰਮ ਕਰ ਰਹੀ ਹੈ ਕਿ ਨਹੀਂ ਵਧੀਆ ਕੰਮ ਕਰ ਰਹੀ। ਇਸ ਵਾਰ ਸੋਸ਼ਲ ਮੀਡੀਆ 'ਤੇ ਤੁਸੀਂ ਕਾਫੀ ਚਰਚਾ 'ਚ ਰਹੇ ਹੋ ਸਨੋ ਰਿਮੂਵਲ ਨੂੰ ਲੈ ਕੇ। ਕੀ ਚੇਂਜਸ ਤੁਸੀਂ ਕੀਤੀਆਂ, ਕੀ ਤਬਦੀਲੀਆਂ ਕੀਤੀਆਂ ਕਿ ਲੋਕੀ ਜਿਹੜੇ ਨੇ ਤੁਹਾਡੇ ਵਾਰਡ ਦੇ ਥੋੜ੍ਹੇ ਜਿਹੇ ਖੁਸ਼ ਮਹਿਸੂਸ ਕਰ ਰਹੇ ਸੀਗੇ ਜੀ? ਹਾਂਜੀ, ਨਹੀਂ ਬਿਲਕੁਲ। ਪਤਾ ਜਦੋਂ ਮੈਂ ਵੀ ਰੈਜ਼ੀਡੈਂਟ ਸੀਗਾ, ਆਮ ਬੰਦਾ ਸੀਗਾ, ਹੁਣ ਵੀ ਆਮ ਹੀ ਆ, ਪਰ ਜਦੋਂ ਮੈਂ ਕਾਉਂਸਲਰ ਨਹੀਂ ਸੀ ਜੀ, ਉਦੋਂ ਮੈਂ ਵੀ ਕਈ ਵਾਰ ਕਹਿੰਦਾ ਹੁੰਦਾ ਸਨੋ ਵਧੀਆ ਨਹੀਂ ਰਿਮੂਵ ਹੋ ਰਹੀ, ਸਨੋ ਐਂ ਹੋਣੀ ਚਾਹੀਦੀ ਹੈ, ਸਨੋ ਇੱਦਾਂ ਹੋਣੀ ਚਾਹੀਦੀ ਆ। ਇੱਕ ਤਾਂ ਮੈਨੂੰ ਜਦੋਂ ਮੈਂ ਅੰਦਰ ਗਿਆ ਮੈਨੂੰ ਪਤਾ ਲੱਗਿਆ ਕਿ ਪ੍ਰੋਸੀਜਰਸ ਕੀ ਨੇ ਜੀ, ਹੈ ਨਾ। ਆਪਾਂ ਬਹੁਤ ਕੁਛ ਕਈ ਵਾਰ ਕਹੀਦਾ ਕਿ ਇੱਦਾਂ ਨਹੀਂ, ਇੱਦਾਂ ਨਹੀਂ, ਪਤਾ ਲੱਗਿਆ ਕਿ ਓਕੇ ਪ੍ਰੋਟੋਕੋਲਸ ਕੀ ਨੇ। ਫਿਰ ਅਸੀਂ ਸੋਚਿਆ ਵੀ ਮਤਲਬ ਕਿ ਇਹਨੂੰ ਚੇਂਜ ਕਰ ਸਕਦੇ ਹਾਂ। ਨਵੰਬਰ ਦੇ ਵਿੱਚ ਬਜਟ ਜਦੋਂ ਅਪਰੂਵ ਕੀਤਾ, ਪਹਿਲਾਂ ਤਾਂ ਅਸੀਂ ਇਹ ਕੀਤਾ ਕਿ $10 ਮਿਲੀਅਨ ਹੋਰ ਪਾਇਆ ਸਨੋ ਲਈ। ਮੇਕ ਸ਼ੋਰ ਕੀਤਾ ਕਿ ਜਿਹੜੀ ਸਨੋ ਰਿਮੂਵਲ ਆ ਸਾਡੇ ਰੈਜ਼ੀਡੈਂਟਸ ਦੀ ਸੇਫਟੀ ਔਰ ਨੰਬਰ 1 ਪ੍ਰਾਇਓਰਟੀ ਆ। ਫਿਰ ਅਸੀਂ ਜਿਹੜਾ 7 ਡੇ ਸਨੋ ਪਲਾਨ ਸੀਗਾ, ਰਿਮੂਵਲ ਪਲਾਨ, ਉਹਨੂੰ 6 ਦਿਨ 'ਚ ਲਿਆ ਕੇ ਆਂਦਾ, 1 ਦਿਨ ਘਟਾਦਾ। ਉਹਦੇ ਨਾਲ ਕੀ ਹੋਊਗਾ ਕਿ ਜਿਹੜੇ ਪ੍ਰਾਇਓਰਟੀ 1 ਤੇ 2 ਰੂਟਸ ਜੇ ਉਹ ਪਹਿਲਾਂ 48 ਆਵਰਸ 'ਚ ਹੁੰਦੇ ਸੀ, ਉਹ ਹੁਣ ਘੱਟ ਆਵਰਸ 'ਚ ਹੋਣਗੇ। ਲੈਟਸ ਸੇ ਐਗਜ਼ਾਮਪਲ 36 'ਚ ਹੋ ਗਏ। ਉਸ ਤੋਂ ਬਾਅਦ ਉਹ ਜਿਹੜੇ 12 ਘੰਟੇ ਬਚ ਗਏ, ਉਹ ਦੂਜੀ ਪ੍ਰਾਇਓਰਟੀ 3 ਤੇ 4 ਤੇ ਲੱਗ ਜਾਣਗੇ। ਸੋ ਫੋਕਸ ਇਹੀ ਸੀਗਾ ਸਾਡਾ ਨਵੀਂ ਕਾਉਂਸਲ ਦਾ ਕਿ ਸਨੋ ਨੂੰ ਬੈਟਰ ਰਿਮੂਵ ਕੀਤਾ ਜਾਵੇ ਤੇ ਛੇਤੀ ਤੋਂ ਛੇਤੀ ਰਿਮੂਵ ਕੀਤਾ ਜਾਵੇ। ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਮੈਨੂੰ ਬਹੁਤ ਫੋਨ ਕਾਲਸ ਆਈਆਂ, ਬਹੁਤ ਈਮੇਲਸ ਆਈਆਂ ਕਿ ਰਾਜ, ਇੱਕ ਟੈਰਾਡੇਲ ਤੋਂ ਰੈਜ਼ੀਡੈਂਟ ਸੀ, ਉਹ ਕਹਿੰਦੇ 15 ਸਾਲ ਮੈਨੂੰ ਰਹਿੰਦੇ ਹੋ ਗਏ ਤੇ ਇਹ ਪਹਿਲੀ ਵਾਰ ਇੰਨੀ ਸੋਹਣੀ ਸਨੋ ਰਿਮੂਵਲ ਹੋਈ ਆ। ਸੋ ਦੂਜੀ ਗੱਲ ਆ, ਜਿੱਦਾਂ ਤੁਸੀਂ ਕਿਹਾ ਜੀ, ਸੋਸ਼ਲ ਮੀਡੀਆ ਦੇ ਉੱਤੇ ਮੇਰਾ ਇਹ ਫੋਕਸ ਆ ਕਿ ਇਨਫੋਰਮੇਸ਼ਨ ਪ੍ਰੋਵਾਈਡ ਕਰੀਏ ਕਿ ਪਲਾਉਸ ਕਿੱਥੇ ਨੇ, ਗ੍ਰੇਡਰਸ ਕਿੱਥੇ ਨੇ, ਤਾਂ ਜੋ ਰੈਜ਼ੀਡੈਂਟਸ ਨੂੰ ਪਤਾ ਲੱਗਦਾ ਰਹੇ, ਘੱਟੋ ਘੱਟ ਅਪਡੇਟ ਮਿਲਦੀ ਰਹੇ। ਬਿਲਕੁਲ ਬਿਲਕੁਲ। ਸੋ ਇਹ ਕੁਝ ਚੀਜ਼ਾਂ ਨੇ ਤੇ ਮੇਰਾ ਫੋਕਸ ਇਹ ਵੀ ਹੋਊਗਾ ਕਿ ਜਿਹੜਾ ਆਉਣ ਵਾਲਾ ਬਜਟ ਆ ਜਿਹਦੇ ਵਿੱਚ ਹੋਰ ਚੇਂਜਸ ਕੀਤੀਆਂ ਜਾ ਸਕਣ। ਸੋ ਐਟ ਦੀ ਐਂਡ ਆਫ ਦਾ ਡੇ, ਜਿੱਦਾਂ ਤੁਸੀਂ ਕਿਹਾ ਕਿ ਰੈਜ਼ੀਡੈਂਟਸ ਨੂੰ ਸਹੂਲਤ ਮਿਲੇ, ਇਹੀ ਮੇਰਾ ਫੋਕਸ ਆ। ਠੀਕ ਹੈ ਜੀ। ਥੋੜ੍ਹੀ ਜਿਹੀ ਤੁਸੀਂ ਇਹ ਤਾਂ ਦੱਸ ਦਿੱਤਾ ਕਿ ਸਨੋ ਰਿਮੂਵਲ ਲਈ ਤੁਸੀਂ $10 ਮਿਲੀਅਨ $10 ਮਿਲੀਅਨ ਜਿਹੜਾ ਵਾਧਾ ਕਰ ਦਿੱਤਾ ਹੈ। ਹਾਂਜੀ, ਹੋਰ ਕਿੱਥੇ ਕਿੱਥੇ ਜਿਹੜੀ ਫੰਡਿੰਗ ਹੈ ਉਹ ਦਿੱਤੀ ਗਈ ਹੈ ਜਾਂ ਵਾਧਾ ਕੀਤਾ ਗਿਆ ਹੈ ਜੀ? ਹਾਂਜੀ, ਸਭ ਤੋਂ ਵੱਡਾ ਤਾਂ ਦੇਖੋ ਸਾਡਾ ਫੋਕਸ ਇਹ ਸੀਗਾ ਕਿ ਜਿਹੜਾ ਡਾਊਨਟਾਊਨ ਦੀ ਰੀਵਾਈਟਲਾਈਜੇਸ਼ਨ ਬੜੀ ਜ਼ਰੂਰੀ ਆ, ਕਿਉਂਕਿ ਸਾਰਿਆਂ ਨੂੰ ਸ਼ਾਇਦ ਦੇਖਣ ਵਾਲਿਆਂ ਨੂੰ ਵੀ ਪਤਾ ਹੋਵੇ ਕਿ 15 ਮਿਲੀਅਨ ਸਕੁਆਇਰ ਫੀਟ ਦੀ ਜਿਹੜੀ ਸਪੇਸ ਹੈ ਐਮਪਟੀ ਪਈ ਹੈ ਡਾਊਨਟਾਊਨ ਦੇ ਵਿੱਚ। ਤੇ ਡਾਊਨਟਾਊਨ ਨੂੰ ਰੀਵਾਈਟਲਾਈਜੇਸ਼ਨ
ਕਰਨ ਤੋਂ ਬਿਨਾ ਕੋਈ ਚਾਰਾ ਨਹੀਂ ਸੀ, ਕਿਉਂਕਿ ਜਿਹੜਾ ਟੈਕਸ ਬੇਸ ਆ ਉਹਦੇ ਵਿੱਚ, ਕਿਉਂਕਿ ਇੰਨੇ ਆਫਿਸਿਸ ਐਮਟੀ ਪਏ ਨੇ, 30% ਵੇਕੈਂਸੀ ਰੇਟ ਪਈ ਆ, ਉਹਦੇ ਨਾਲ ਸਾਡਾ ਸਿਟੀ ਦਾ ਟੈਕਸ ਵੀ ਡਿਕਰੀਜ਼ ਹੋਇਆ, ਘਟਿਆ। ਉਹਦੇ ਕਰਕੇ ਕਈ ਜਿਹੜੇ ਨਾਨ ਰੈਜ਼ੀਡੈਂਸ਼ੀਅਲ ਹੋਰ ਬਿਜ਼ਨੈਸਿਸ ਦੇ ਉਹਨਾਂ ਦੇ ਉੱਤੇ ਭਾਰ ਪਾਉਣਾ ਪਿਆ। ਸੋ ਸਾਡਾ ਫੋਕਸ ਸੀਗਾ ਕਿ ਰੀਵਾਈਟਲਾਈਜੇਸ਼ਨ ਕਰੀਏ। ਉਹਦੇ ਲਈ ਇਸ ਬਜਟ ਦੇ ਵਿੱਚ ਅਸੀਂ ਅਬਾਊਟ 50 ਮਿਲੀਅਨ ਦਿੱਤਾ। ਫਿਰ ਉਸ ਦੇ ਨਾਲ ਜਿੱਦਾਂ ਮੈਂ ਸਨੋ ਦੀ ਗੱਲ ਕੀਤੀ 10 ਮਿਲੀਅਨ। ਫਿਰ ਰੈਜ਼ੀਡੈਂਟਸ ਨੇ ਬੜਾ ਸਾਨੂੰ ਕਿਹਾ ਕਿ ਟ੍ਰਾਂਜ਼ਿਟ ਸਿਕਿਉਰਿਟੀ ਜੀ ਬਹੁਤ ਸੇਫਟੀ ਬਹੁਤ ਜ਼ਰੂਰੀ ਆ, ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਹਾਂਜੀ, ਉਹਦੇ ਵਿੱਚ ਅਸੀਂ ਪੈਸੇ ਪਾਏ ਕਿ ਜ਼ਿਆਦਾ ਪੀਸ ਆਫਿਸਰ ਹਾਇਰ ਕੀਤੇ ਜਾਣ ਜੀ। ਆਈ ਥਿੰਕ ਅਬਾਊਟ 15 ਤੋਂ ਜ਼ਿਆਦਾ ਪੀਸ ਆਫਿਸਰ। ਫਿਰ ਕੈਲਗਰੀ ਪੁਲਿਸ ਸਰਵਿਸਿਜ਼ ਨੇ ਸਾਨੂੰ ਰੀਚ ਆਊਟ ਕੀਤਾ ਕਿ ਸਾਨੂੰ ਵੀ ਪੈਸੇ ਚਾਹੀਦੇ ਨੇ, ਅਸੀਂ ਆਫਿਸਰ ਨਹੀਂ ਹਾਇਰ ਕੀਤੇ ਪਿਛਲੇ ਸਾਲ। 6.8 ਮਿਲੀਅਨ ਉਹਨਾਂ ਨੂੰ ਦਿੱਤਾ। ਤੇ ਇਸ ਦੇ ਨਾਲ ਜਿਹੜੀਆਂ ਮਤਲਬ ਹੋਰ ਜਿੱਦਾਂ ਸਿਟੀ ਦੇ ਵਿੱਚ ਅਸੀਂ ਇੰਪਰੂਵਮੈਂਟਸ ਲਿਆਉਣੀਆਂ ਸੀ, ਰੈਡ ਟੇਪਿੰਗ ਕੱਟਣੀ ਸੀ, ਰੀਓਰਗ ਕਰਨਾ ਸੀ, ਕੁਝ 3.8 ਮਿਲੀਅਨ ਉਹਦੇ ਲਈ। ਸੋ ਓਵਰਆਲ ਫੰਡਾਮੈਂਟਲੀ ਆ ਜਿਹੜੇ ਵੱਡੇ ਸਪੈਂਡਿੰਗ ਇਸ ਬਜਟ ਦੇ ਵਿੱਚ ਆਏ। ਅਨਫੋਰਚੂਨਟਲੀ ਜਾਂ ਫੋਰਚੂਨਟਲੀ ਕਿਸੇ ਵੀ ਲੈਂਸ ਨਾਲ ਤੁਸੀਂ ਦੇਖ ਰਹੇ ਹੋ, ਉਹਦੇ ਕਰਕੇ ਥੋੜਾ ਜਿਹਾ ਪ੍ਰੋਪਰਟੀ ਟੈਕਸ ਵਧਾਉਣਾ ਪਿਆ, ਪਰ ਜ਼ਰੂਰੀ ਸੀ, ਕਿਉਂਕਿ ਜੋ ਨਵੀਂ ਕਾਉਂਸਲ ਨੇ ਸੁਣਿਆ ਡੋਰਸ ਦੇ ਉੱਤੇ ਸੇਫਟੀ, ਸਨੋ ਰਿਮੂਵਲ, ਬੈਟਰ ਸਰਵਿਸਿਜ਼, ਤੇ ਉਹਦੇ ਕਰਕੇ ਥੋੜਾ ਜਿਹਾ ਸਾਨੂੰ ਇਸ ਵਾਰ ਜਿਹੜਾ ਪ੍ਰੋਪਰਟੀ ਟੈਕਸ ਦੇ ਵਿੱਚ ਵਾਧਾ ਕੀਤਾ। ਪਰ ਹੋਪ ਇਹੀ ਆ ਸਿੱਧੂ ਸਾਹਿਬ ਕਿ ਸ਼ਾਇਦ ਅਗਲੇ 2 ਸਾਲਾਂ ਨੂੰ 3 ਸਾਲਾਂ ਨੂੰ ਅਸੀਂ ਦੇਖ ਰਹੇ ਹਾਂ ਆਲਰੇਡੀ ਰੀਵਾਈਟਲਾਈਜੇਸ਼ਨ ਹੋ ਰਹੀ ਹੈ ਡਾਊਨਟਾਊਨ ਦੀ, ਤੇ ਪ੍ਰੋਪਰਟੀ ਟੈਕਸ ਜਿਹੜਾ ਵਾ ਉਹਨੂੰ ਅਸੀਂ ਘਟਾ ਸਕੀਏ। ਜੀ ਬਹੁਤ ਵਧੀਆ ਗੱਲ ਹੈ। ਅਲਬਰਟਾ ਬਜਟ ਪਿਛਲੇ ਦਿਨੀ ਪੇਸ਼ ਕੀਤਾ ਗਿਆ। ਵੈਸੇ ਤਾਂ ਅਲਬਰਟਾ ਸਰਕਾਰ ਨੇ ਉਹਦੀਆਂ ਚੰਗੀਆਂ ਗੱਲਾਂ ਗਿਣਾਈਆਂ ਨੇ, ਵਿਰੋਧੀਆਂ ਨੇ ਉਹਦੀਆਂ ਜਿਹੜੀਆਂ ਕਮੀਆਂ ਨੇ ਉਹ ਗਿਣਾਈਆਂ ਨੇ। ਮੈਂ ਦੇਖ ਰਿਹਾ ਸੀ ਕਿ ਜਿਹੜੇ ਐਡਮਿੰਟਨ ਦੇ ਮੇਅਰ ਨੇ ਸੋਈ ਸਾਹਿਬ, ਉਹ ਬਹੁਤੇ ਖੁਸ਼ ਨਹੀਂ ਸੀ, ਕਿ ਕਹਿੰਦੇ ਕਿ ਸਾਨੂੰ ਬਹੁਤਾ ਕੁਝ ਮਿਲਿਆ ਨਹੀਂ ਹੈ। ਸੋ ਮੈਂ ਜਾਣਨਾ ਚਾਹੁੰਦਾ ਸੀ ਕਿ ਕੈਲਗਰੀ ਦੇ ਹਿੱਸੇ ਕੀ ਕੁਛ ਆਇਆ ਜੀ ਅਲਬਰਟਾ ਬਜਟ ਦੇ ਵਿੱਚੋਂ? ਦੇਖੋ, ਅਸੀਂ ਵੀ ਬਾਹਲੇ ਖੁਸ਼ ਨਹੀਂ ਸੀ ਬਜਟ ਤੋਂ, ਕਿਉਂਕਿ ਅਸੀਂ ਜਿਹੜੀ ਆਪਣੀਆਂ ਡਿਮਾਂਡਸ ਜਾਂ ਰਿਕੁਆਇਰਮੈਂਟਸ, ਡਿਮਾਂਡ ਤਾਂ ਨਹੀਂ ਮੈਂ ਕਹੂੰਗਾ, ਰਿਕੁਆਇਰਮੈਂਟ ਜਿਹੜੀਆਂ ਸਾਡੀਆਂ ਜ਼ਰੂਰਤਾਂ ਸੀ ਅਸੀਂ ਭੇਜੀਆਂ ਉਹਨਾਂ ਨੂੰ ਜੀ। ਉਹਦੇ ਵਿੱਚ ਸਭ ਤੋਂ ਵੱਡੀ ਸੀ, ਜਿੱਦਾਂ ਮੈਂ ਪਹਿਲਾਂ ਗੱਲ ਕੀਤੀ, ਰੀਵਾਈਟਲਾਈਜੇਸ਼ਨ ਆਫ ਡਾਊਨਟਾਊਨ। ਅਸੀਂ 250 ਮਿਲੀਅਨ ਕਮਿਟ ਕੀਤਾ ਹੋਇਆ ਵਾ, 250 ਮਿਲੀਅਨ। ਸਰਕਾਰ ਨੇ ਸਾਨੂੰ 5 ਮਿਲੀਅਨ ਦਿੱਤਾ, ਵਿਚ ਇਜ਼ ਜਿੱਦਾਂ ਕਹਿ ਸਕਦੇ ਹਾਂ ਨਾ ਕਿ ਮੂੰਹ ਤੇ ਚਪੇੜ ਵਾਲੀ ਕੋਈ ਗੱਲ ਸੀ। ਸੋ ਉੱਥੇ ਨਮੋਸ਼ੀ ਹੋਈ। ਫਿਰ ਅਸੀਂ ਕੁਝ ਚੀਜ਼ਾਂ ਹੋਰ ਮੰਗੀਆਂ ਸੀਗੀਆਂ ਟ੍ਰਾਂਜ਼ਿਟ ਲਈ ਤੇ ਇਨਫਰਾਸਟਰਕਚਰ ਲਈ, ਸਾਨੂੰ ਉਹ ਨਹੀਂ ਮਿਲੀਆਂ। ਪਰ ਇਹ ਵੀ ਮੈਂ ਜ਼ਰੂਰ ਕਹੂੰਗਾ ਕਿ ਜੋ ਚੀਜ਼ਾਂ ਉਹਨਾਂ ਨੇ ਦਿੱਤੀਆਂ ਉਹਦੀ ਵੀ ਮੈਂ ਗੱਲ ਕਰਾਂ। ਇੱਕ ਤਾਂ ਉਹਨਾਂ ਨੇ ਸਪਰਿੰਗ ਬੈਂਕ ਜਿਹੜਾ ਰੈਜ਼ਰਵਾਇਰ ਦੇ ਜਿਹੜਾ ਆਪਾਂ ਬਣਾ ਰਹੇ ਡੈਮ ਫਲੱਡਿੰਗ ਮਿਟੀਗੇਸ਼ਨ ਲਈ, ਉਹਦੇ ਲਈ 700 ਮਿਲੀਅਨ ਤੋਂ ਜ਼ਿਆਦਾ ਕਮਿਟ ਕੀਤਾ, ਵਿਚ ਇਜ਼ ਗੁੱਡ। ਉਹਦੀ ਖੁਸ਼ੀ ਹੋਈ ਸਾਨੂੰ। ਦੂਸਰੀ ਗੱਲ, ਪਹਿਲਾਂ ਉਹਨਾਂ ਨੇ ਕੀਤਾ ਨਹੀਂ, ਪਰ ਉਸ ਤੋਂ ਬਾਅਦ ਹੁਣ ਅਨਾਊਂਸਮੈਂਟ ਪਿਛਲੇ ਵੀਕ ਕਰ ਦਿੱਤੀ ਗਈ ਆ। ਇੱਕ ਫੈਡਰਲ ਫੰਡਿੰਗ ਅਸੀਂ ਅਪਲਾਈ ਕੀਤੀ ਸੀਗੀ ਟ੍ਰਾਂਜ਼ਿਟ ਆਪਰੇਟਿੰਗ ਕਾਸਟ ਦੇ ਲਈ, ਕਿਉਂਕਿ ਕੋਵਿਡ ਦੇ ਵਿੱਚ ਬਹੁਤ ਸ਼ਾਰਟਫਾਲ ਰਹੀ ਆ, ਕਿਉਂਕਿ ਰਾਈਡਰਸ਼ਿਪ ਘਟੀ ਆ। ਟ੍ਰਾਂਜ਼ਿਟ ਦੇ ਵਿੱਚ 50-50 ਫਾਰਮੂਲਾ, 50 ਜਿਹੜੀ ਹੈ ਟੈਕਸ ਪੇਅਰਸ ਪੇ ਕਰਦੇ ਨੇ ਤੇ 50 ਰਾਈਡਰਸ਼ਿਪ ਹਾਂਜੀ ਫੀਸ ਤੋਂ ਆਉਂਦੀ ਆ। ਉਸ ਕਰਕੇ ਸਾਨੂੰ ਅਬਾਊਟ 70 to 80 ਮਿਲੀਅਨ ਦਾ ਘਾਟਾ ਪੈ ਰਿਹਾ ਸੀਗਾ। ਸੋ ਅਸੀਂ ਫੈਡਰਲ ਲਈ ਅਪਲਾਈ ਕੀਤਾ ਸੀ, ਪਰ ਫੈਡਰਲ ਦੀ ਰਿਕੁਆਇਰਮੈਂਟ ਇਹ ਸੀਗੀ ਕਿ ਪ੍ਰੋਵਿੰਸ ਵੀ ਉਹਦੇ 'ਚ ਪਾਵੇ ਤਾਂ ਅਸੀਂ ਉਹਨੂੰ ਮੈਚ ਕਰਾਂਗੇ। ਉਹ ਸਾਨੂੰ ਬਜਟ ਦੇ ਵਿੱਚ ਨਹੀਂ ਮਿਲਿਆ। ਪਰ ਖੁਸ਼ੀ ਦੀ ਗੱਲ ਇਹ ਹੈ ਕਿ ਪਿਛਲੇ ਵੀਕ ਗਵਰਨਮੈਂਟ ਆਫ ਅਲਬਰਟਾ ਨੇ ਅਨਾਊਂਸਮੈਂਟ ਕੀਤੀ ਕਿ ਆਈ ਥਿੰਕ ਇਟਸ ਅਬਾਊਟ 135 ਮਿਲੀਅਨ ਉਹਨਾਂ ਨੇ ਮਿਊਨਿਸਪੈਲਿਟੀਜ਼ ਨੂੰ ਦੇਣਾ, ਵਿਚ ਇਜ਼ ਗੁੱਡ ਨਿਊਜ਼। ਉਹਦੇ 'ਚੋਂ ਜਿੰਨਾ ਸਾਨੂੰ ਮਿਲੂਗਾ ਫੈਡਰਲ ਉਹਨੂੰ ਮੈਚ ਕਰੂਗੀ, ਤੇ ਉਹਦੇ ਨਾਲ ਜਿਹੜੀਆਂ ਸਰਵਿਸਿਜ਼ ਆ ਮੇਰੀ ਹੋਪ ਹੈ ਵਧਾ ਸਕੀਏ, ਜਿੱਦਾਂ ਖਾਸ ਕਰ ਆਪਣੇ ਵਾਰਡ ਦੇ ਵਿੱਚ ਕੋਰਨਰਸਟੋਨ, ਰੈਡਸਟੋਨ, ਉੱਥੇ ਜਿਹੜੀ ਬੱਸ ਸਰਵਿਸਿਜ਼ ਆ ਉਹਨੂੰ ਐਕਸਟੈਂਡ ਕਰ ਸਕੀਏ। ਬਹੁਤ ਵਧੀਆ ਗੱਲ ਹੈ। ਥੋੜ੍ਹੀ ਜਿਹੀ ਮੈਂ ਜਾਣਕਾਰੀ ਹੁਣ ਤੁਹਾਡੇ ਤੋਂ MGA ਬਾਰੇ ਲੈਣਾ ਚਾਹਾਂਗਾ। ਕੁਝ ਚੇਂਜਸ ਉਹਦੇ ਵਿੱਚ ਸੁਣ ਰਹੇ ਹਾਂ, ਕੀ ਤਬਦੀਲੀਆਂ ਨੇ ਤੇ ਉਸ ਨਾਲ ਕੀ ਫਰਕ ਪਵੇਗਾ ਜੀ? ਹਾਂਜੀ ਬਿਲਕੁਲ। ਦੇਖੋ, ਮਿਊਨਿਸਪਲ ਗਵਰਨਮੈਂਟ ਜਿਹੜਾ ਗਵਰਨੈਂਸ ਐਕਟ ਹੈਗਾ ਵਾ, ਉਹਦੇ ਥੱਲੇ ਅਸੀਂ ਬਣੇ ਆ ਕੈਲਗਰੀ ਦੀ ਜਿਹੜੀ ਮਿਊਨਿਸਪੈਲਿਟੀ ਆ ਜਾਂ ਕੈਲਗਰੀ ਦੀ ਕਾਉਂਸਲ। ਸੋ ਹੋਇਆ ਇਹ ਕਿ ਜਦੋਂ ਕੋਵਿਡ ਹਿੱਟ ਹੋਇਆ ਤੇ ਕੈਲਗਰੀ ਨੇ ਕੈਲਗਰੀ ਐਮਰਜੈਂਸੀ ਜਿਹੜੀ ਇਹਨਾਂ ਦੀ ਹੈਗੀ ਆ ਆਪਣੀ ਸਿਟੀ ਦੀ, ਸੀਮਾ ਨੇ ਐਮਰਜੈਂਸੀ ਡਿਕਲੇਅਰ ਕਰਤੀ। ਇੱਕ ਪਾਰਟ ਉਹਦਾ ਇਹ ਸੀਗਾ ਕਿ ਉਦੋਂ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਕਿਹਾ ਵੀ ਜਿੱਦਾਂ ਦੇ ਵੀ ਬਾਇਲਾਅ ਤੁਸੀਂ ਬਣਾਉਣੇ ਆ ਬਣਾ ਲਓ। ਸਿਟੀ ਨੇ ਬਾਇਲਾਅ ਬਣਾਏ, ਉਦੋਂ ਮਾਸਕ ਦਾ ਬਾਇਲਾਅ ਬਣਾਇਆ ਤੇ ਹੋਰ ਬਣਾਏ। ਉਦੋਂ ਪ੍ਰੋਵਿੰਸ ਨੇ ਸਾਨੂੰ ਕਿਹਾ ਕਿ ਦੈਟਸ ਫਾਈਨ, ਪੁਰਾਣੀ ਕਾਉਂਸਲ ਜੋ ਮਰਜ਼ੀ ਬਣਾਈ ਜਾਓ ਜੀ। ਬਿਲਕੁਲ। ਹੁਣ ਕੀ ਹੋਇਆ, ਜਦੋਂ ਪ੍ਰੋਵਿੰਸ ਨੇ ਆਪਣੀਆਂ ਰਿਸਟ੍ਰਿਕਸ਼ਨਸ ਚੁੱਕੀਆਂ, ਚਾਹੇ ਉਹ ਵੈਕਸੀਨ ਦੀਆਂ ਸੀ, ਚਾਹੇ ਉਹ ਮਾਸਕ ਦੀਆਂ ਸੀਗੀਆਂ ਮਾਰਚ 1 ਤੋਂ, ਤੇ ਸਾਡੇ ਮੂਹਰੇ ਇੱਕ ਮਤਲਬ ਸਵਾਲ ਖੜਾ ਹੋ ਗਿਆ ਸਿਟੀ ਕਾਉਂਸਲ ਦੇ ਮੂਹਰੇ ਵੀ ਕੀ ਅਸੀਂ
ਕੀ ਕਰੀਏ। ਸੋ ਅਸੀਂ ਇੱਕ ਮੋਸ਼ਨ ਲੈ ਕੇ ਆਂਦਾ ਜਿਹਦੇ ਵਿੱਚ ਅਸੀਂ ਇਹ ਕਿਹਾ ਕਿ ਅਸੀਂ ਜਿਹੜੀਆਂ ਵੈਕਸੀਨ ਤੇ ਮਾਸਕ ਤੇ ਜਿਹੜੇ ਬਾਇਲਾਜ਼ ਨੇ ਉਹਨਾਂ ਨੂੰ ਖਤਮ ਕਰਨ ਨੂੰ ਤਿਆਰ ਆ, ਪਰ ਪ੍ਰੋਵਿੰਸ ਸਾਡੇ ਨਾਲ ਡੇਟਾ ਸ਼ੇਅਰ ਕਰੇ। ਪ੍ਰੋਵਿੰਸ ਸਾਨੂੰ ਦੱਸੇ ਕਿ ਕਿਹੜੇ ਫੈਕਟਸ ਤੇ ਸਾਇੰਸ ਦੇ ਥੱਲੇ ਉਹਨਾਂ ਨੇ ਆਪਣੀਆਂ ਰਿਸਟ੍ਰਿਕਸ਼ਨ ਚੁੱਕੀਆਂ ਜੀ, ਜਿਹੜੀਆਂ ਉਹ ਸ਼ੇਅਰ ਕਰਨ ਨੂੰ ਤਿਆਰ ਨਹੀਂ ਸੀ। ਸੋ ਕਿਤੇ ਨਾ ਕਿਤੇ ਫਿਰ ਪ੍ਰੋਵਿੰਸ ਨੂੰ ਇਹ ਲੱਗਿਆ, ਐਡਮਿੰਟਨ ਨੇ ਕਰਤਾ, ਐਡਮਿੰਟਨ ਨੇ ਕੀ ਕੀਤਾ, ਆਪਣਾ ਬਾਇਲਾਅ ਜਿਹੜਾ ਐਕਸਟੈਂਡ ਕਰਦਾ ਕਿ ਮਾਸਕ ਜਿਹੜੇ ਨੇ ਅਸੀਂ ਜਾਰੀ ਰੱਖਾਂਗੇ। ਜੀ, ਅਸੀਂ ਵੀ ਸੋਚਦੇ ਸੀ ਉਹਦੇ ਬਾਰੇ, ਪਰ ਪ੍ਰੋਵਿੰਸ ਨੇ ਕਿਹਾ ਕਿ ਜਿਹੜੀ ਤੁਹਾਡੇ ਕੋਲੇ ਕਪੈਸਿਟੀ ਹੈ MGA ਦੇ ਥੱਲੇ, ਮੈਨੂੰ ਪਾਰਟ 2 ਹੁਣ ਸੈਕਸ਼ਨ 7 ਔਰ ਸਮਥਿੰਗ ਵੀ ਸਿਟੀ ਕੋਲ ਬਾਇਲਾਅ ਬਣਾਉਣ ਦੀ ਜਿਹੜੀ ਐਬਿਲਿਟੀ ਹੈਗੀ ਆ ਵੈਨ ਇਟ ਕਮਸ ਟੂ ਸੇਫਟੀ, ਹੈਲਥ ਤੇ ਪਬਲਿਕ ਪ੍ਰਾਪਰਟੀ। ਜੀ ਜੀ, ਕਿ ਜੇ ਤੁਸੀਂ ਇਦਾਂ ਦੇ ਬਾਇਲਾਅ ਬਣਾਓਗੇ ਤਾਂ ਅਸੀਂ ਉਹ ਐਬਿਲਿਟੀ ਤੁਹਾਡੇ ਤੋਂ ਖਿੱਚ ਲਾਂਗੇ। ਸੋ ਇਹ ਬਹੁਤ ਵੱਡੀ ਚੀਜ਼ ਆ, ਕਿਉਂਕਿ ਸਿਰਫ ਬਾਇਲਾਅ ਹੁਣ ਮਾਸਕ ਦੇ ਨਹੀਂ ਬਣਦੇ, ਬਾਇਲਾਅ ਬਹੁਤ ਅਸੀਂ ਬਣਾਈ ਦੇ, ਜਿੱਦਾਂ ਸਮੋਕਿੰਗ ਦੇ ਬਣਾਈ ਦੇ ਆ, ਪੈਡੈਸਟਰੀਅਨ ਵਾਕਿੰਗ ਦੇ ਬਣਾਈ ਦੇ ਆ। ਤੇ ਅਸੀਂ ਕਿਤੇ ਨਾ ਕਿਤੇ ਪੁੱਛਿਆ ਕਿ ਜੇ ਤੁਸੀਂ ਅਮੈਂਡਮੈਂਟ ਕਰੋਗੇ, ਹੈਲਥ ਕੱਢ ਦੋਗੇ, ਸੇਫਟੀ ਕੱਢ ਦੋਗੇ, ਫਿਰ ਤਾਂ ਸਾਡੇ ਕੋਲ ਕੁਝ ਨਹੀਂ। ਫਿਰ ਤਾਂ ਇਹਦਾ ਮਤਲਬ ਕਿ ਪ੍ਰੋਵਿੰਸ਼ੀਅਲ ਗਵਰਨਮੈਂਟ ਆ ਜਿਹੜੀ ਉਹੀ ਕਾਨੂੰਨ ਬਣਾਏਗੀ, ਸਿਟੀ ਦੀ ਕੋਈ ਗਵਰਨਮੈਂਟ ਬਣ ਗਈ, ਸਾਡਾ ਤਾਂ ਕੋਈ ਲੈਣਾ ਦੇਣਾ ਨਹੀਂ। ਸੋ ਅਸੀਂ ਉਹਦੇ ਉੱਤੇ ਫਿਰ ਜਿਹੜੇ ਮਿਊਨਿਸਪਲ ਅਫੇਅਰਸ ਦੇ ਮਿਨਿਸਟਰ ਨੇ ਰਿਕ ਮਕਾਈਵਰ, ਉਹਨਾਂ ਨੂੰ ਚਿੱਠੀ ਲਿਖੀ ਸਾਰੀ ਕਾਉਂਸਲ ਨੇ ਕਿ ਭਾਈ ਸਾਡੇ ਨਾਲ ਗੱਲਬਾਤ ਕਰੋ, ਅਸੀਂ ਤੁਹਾਡੇ ਨਾਲ ਗੱਲਬਾਤ ਕਰਕੇ ਜੋ ਚੇਂਜਸ ਤੁਸੀਂ ਲਿਆਉਣਾ ਚਾਹੁੰਦੇ ਹੋ ਉਹਨਾਂ ਤੇ ਕੰਮ ਕਰ ਸਕਦੇ ਹਾਂ। ਸੋ ਹੁਣ ਇਹਨਾਂ ਨੇ ਇਹ ਮਤਲਬ ਅੱਗੇ ਅਮੈਂਡਮੈਂਟ ਪਾ ਦੀ ਆ, ਅਸੀਂ ਦੇਖ ਰਹੇ ਹਾਂ ਹੁਣ ਵੀ ਕੀ ਅਮੈਂਡਮੈਂਟ ਹੋਊਗੀ। ਪਰ ਬੇਸਿਕਲੀ ਜਿੱਦਾਂ ਕਹਿ ਸਕਦੇ ਹਾਂ ਕਿ ਬੱਚੇ ਤੇ ਜਿਹਨੂੰ ਮਾਂ ਪਿਓ ਦਾ ਰਿਲੇਸ਼ਨਸ਼ਿਪ ਹੁੰਦਾ ਪ੍ਰੋਵਿੰਸ਼ੀਅਲ ਤੇ ਮਿਊਨਿਸਪੈਲਿਟੀ ਦੇ ਵਿੱਚ, ਤੇ ਇਹਨਾਂ ਦੀ ਇਹੀ ਕੋਸ਼ਿਸ਼ ਹੈਗੀ ਆ ਕਿ ਸਾਡੇ ਤੋਂ ਜਿਹੜੀ ਕਪੈਸਿਟੀ ਆ ਖੋਹ ਲਈ ਜਾਵੇ, ਤੇ ਕੱਲ ਨੂੰ ਰੱਬ ਨਾ ਕਰੇ ਕੋਈ ਇਦਾਂ ਦੀ ਗੱਲ ਹੁੰਦੀ ਹੈ ਤੇ ਸਿਰਫ ਪ੍ਰੋਵਿੰਸ ਕੋਲ ਇਹ ਜੁਰਿਸਡਿਕਸ਼ਨ ਬਣ ਜਾਏ। ਇਹ ਵੈਸੇ ਧਾਲੀਵਾਲ ਸਾਹਿਬ ਵੈਸੇ ਦੇਖਣ ਵਾਲੀ ਗੱਲ ਹੈ ਕਿ ਜਿੱਥੇ ਸਾਡੀ ਪ੍ਰੋਵਿੰਸ਼ੀਅਲ ਗਵਰਨਮੈਂਟ ਹੈ, ਫੈਡਰਲ ਗਵਰਨਮੈਂਟ ਤੋਂ ਜ਼ਿਆਦਾ ਰਾਈਟਸ ਜਾਂ ਜ਼ਿਆਦਾ ਅਧਿਕਾਰ ਮੰਗ ਰਹੀ ਹੈ, ਉੱਥੇ ਸਿਟੀਜ਼ ਦੇ ਰਾਈਟਸ ਜਿਹੜੇ ਅਧਿਕਾਰ ਨੇ ਉਹ ਖੋ ਕੇ ਆਪਣੇ ਕੋਲ ਲਈ ਜਾ ਰਹੀ ਹੈ। ਜੀ, ਇਹ ਉਲਟਾ ਕੰਮ ਹੋ ਰਿਹਾ ਜੀ। ਬਿਲਕੁਲ, ਤੁਸੀਂ ਯੂ ਨੇਲਡ ਇਟ, ਜਿਹਨੂੰ ਕਹਿੰਦੇ ਹੁੰਦੇ ਆ ਨਾ ਕਿ ਆਪ ਤਾਂ ਇਹ ਰੌਲਾ ਪਾਉਂਦੇ ਰਹਿੰਦੇ ਆ ਕਿ ਜੀ ਆਟਵਾ ਸਾਡੇ ਨਾਲ ਧੱਕਾ ਕਰ ਰਿਹਾ, ਆਟਵਾ ਸਾਡੀਆਂ ਜੁਰਿਸਡਿਕਸ਼ਨ ਦੇ ਉੱਤੇ ਹਮਲਾ ਕਰ ਰਿਹਾ ਵਾ, ਕਿਉਂਕਿ ਚਾਰਟਰ ਦੇ ਵਿੱਚ, ਕਨਸਟੀਟਿਊਸ਼ਨ ਦੇ ਵਿੱਚ ਸੈਕਸ਼ਨ 91 ਫੈਡਰਲ ਰਾਈਟਸ ਦੱਸਦਾ ਤੇ 92 ਜਿਹੜਾ ਵਾ ਉਹ ਪ੍ਰੋਵਿੰਸ਼ੀਅਲ ਦੱਸਦਾ। ਪਰ ਤੁਹਾਡੀ ਬਿਲਕੁਲ ਸਹੀ ਹੈ, ਤੇ ਜਦੋਂ ਪ੍ਰੋਵਿੰਸ ਫੇਅਰ ਡੀਲ ਦੀ ਗੱਲ ਹੀ ਕਰਦੇ ਆ, ਪਰ ਜਦੋਂ ਪ੍ਰੋਵਿੰਸ ਦੀ ਆਪਣੀ ਗੱਲ ਹੁੰਦੀ ਆ ਤੇ ਸਾਨੂੰ ਕੋਈ ਫੇਅਰ ਡੀਲ ਦਿੱਤੀ ਨਹੀਂ ਜਾਂਦੀ, ਸਾਡੇ ਹੱਕ ਖਿੱਚੀ ਜਾਂਦੇ। ਨਾਲੇ ਹੁਣ ਕਿਉਂਕਿ ਅਲਬਰਟਾ ਚਲੋ ਗਵਰਨਮੈਂਟ ਜਿਹੜੀ ਉਹ ਵੱਖਰੀ ਗੱਲ ਹੈ, ਪਰ ਐਡਮਿੰਟਨ ਦੇ ਸਿਟੀ ਦੇ ਕੰਮ ਕਰਦੇ ਉਹਨਾਂ ਦੇ ਕਾਉਂਸਲਰਸ ਦੇ, ਉਹਨਾਂ ਦੇ ਮੇਅਰ ਨੂੰ ਉੱਥੇ ਦੀਆਂ ਪ੍ਰੋਬਲਮਸ ਬਾਰੇ ਜ਼ਿਆਦਾ ਪਤਾ ਹੈ, ਕੈਲਗਰੀ ਦੇ ਮੇਅਰਸ ਨੂੰ ਜ਼ਿਆਦਾ ਪਤਾ, ਹੋਰ ਜਿਹੜੇ ਛੋਟੇ ਟਾਊਨ ਨੇ ਉਹਨਾਂ ਨੂੰ ਵੱਖਰੇ ਨਿਯਮ ਬਣਾਉਣੇ ਪੈਣਗੇ, ਵੱਖਰੇ ਬਾਇਲਾਜ਼ ਬਣਾਉਣੇ ਪੈਣਗੇ ਆਪਣੀਆਂ ਜ਼ਰੂਰਤਾਂ ਦੇ ਮੁਤਾਬਕ। ਸੋ ਜੇਕਰ ਇਹ ਚੀਜ਼ਾਂ ਕੱਢ ਦਿੱਤੀਆਂ ਜਾਣਗੀਆਂ ਤਾਂ ਬਹੁਤ ਜ਼ਿਆਦਾ ਮੈਨੂੰ ਲੱਗਦਾ ਕਿ ਪ੍ਰੋਬਲਮ ਜਿਹੜੀਆਂ ਨੇ ਵਾਧਾ ਹੋ ਸਕਦਾ ਜੀ। ਨਹੀਂ, ਬਿਲਕੁਲ, ਦੇਖੋ ਸਿੱਧੂ ਸਾਹਿਬ ਤੁਸੀਂ ਬਹੁਤ ਵਧੀਆ ਗੱਲ ਕੀਤੀ ਆ। ਅਸੀਂ ਪ੍ਰੋਵਿੰਸ ਦੇ ਥੱਲੇ ਬਣੇ ਆ, ਅਸੀਂ ਪ੍ਰੋਵਿੰਸ ਤੋਂ ਬਾਹਰ ਨਹੀਂ ਜਾ ਸਕਦੇ। ਹੁਣ ਕੱਲ ਸਾਡੀ ਪਰਸੋਂ ਕਮਿਊਨਿਟੀ ਡਿਵੈਲਪਮੈਂਟ ਕਮੇਟੀ ਦੀ ਮੀਟਿੰਗ ਸੀਗੀ, ਉਹਦੇ ਵਿੱਚ ਅਸੀਂ ਜਿਹੜੀ ਇੱਕ ਬਾਇਲਾਅ ਚੇਂਜ ਦੀ ਗੱਲ ਕਰ ਰਹੇ ਸੀ। ਸਟਰੀਟ ਦੇ ਵਿੱਚ ਜਿਹੜੀਆਂ ਸਟਰੀਟਸ ਨੇ ਉਹਨਾਂ ਦੇ ਵਿੱਚ ਬੱਚੇ ਨੂੰ ਹਾਕੀ ਜਾਂ ਬਾਸਕਟਬਾਲ ਖੇਲਣ ਦੀ ਇਜਾਜ਼ਤ ਦਿੱਤੀ ਜਾਵੇ, ਪਰ ਅਸੀਂ ਉਹ ਨਹੀਂ ਕਰ ਸਕੇ। ਕਿਉਂ ਨਹੀਂ ਕਰ ਸਕੇ? ਕਿਉਂਕਿ ਜਿਹੜਾ ਅਲਬਰਟਾ ਦਾ ਟਰਾਂਸਪੋਰਟ ਸੇਫਟੀ ਐਕਟ ਆ ਉਹ ਸਾਨੂੰ ਅਲਾਉ ਨਹੀਂ ਕਰਦਾ। ਸੋ ਅਸੀਂ ਇਦਾਂ ਦਾ ਬਾਇਲਾਅ ਬਣਾਇਆ ਹੀ ਨਹੀਂ, ਕਿਉਂਕਿ ਟਰਾਂਸਪੋਰਟ ਸੇਫਟੀ ਐਕਟ ਦੇ ਥੱਲੇ ਸਾਡੀਆਂ ਨਹੀਂ ਕਰ ਸਕਦੇ। ਸੋ ਅਸੀਂ ਆਊਟ ਆਫ ਦਾ ਵੇ ਜਾ ਕੇ ਕੁਝ ਇਦਾਂ ਦਾ ਨਹੀਂ ਕਰਾਂਗੇ ਜਿਹੜਾ ਪ੍ਰੋਵਿੰਸ ਤੋਂ ਬਾਹਰ ਹੋਵੇ। ਪਰ ਸਾਨੂੰ ਅਸੀਂ ਇਹ ਮੰਗਦੇ ਹਾਂ ਕਿ ਸਾਡੇ ਉੱਤੇ ਜਿਹੜੀਆਂ ਰਿਸਟ੍ਰਿਕਸ਼ਨ ਆ ਉਹ ਨਾ ਵਧਾਈਆਂ ਜਾਣ, ਕਿਉਂਕਿ ਜਿੱਦਾਂ ਤੁਸੀਂ ਕਿਹਾ, ਮੈਂ ਡੋਰ ਨੌਕਿੰਗ ਵੇਲੇ ਵੀ ਸਭ ਨੂੰ ਇਹੀ ਕਹਿੰਦਾ ਸੀ ਵੀ ਜਦੋਂ ਤੁਸੀਂ ਘਰ ਤੋਂ ਬਾਹਰ ਨਿਕਲਦੇ ਹੋ, ਐਵਰੀਥਿੰਗ ਐਂਡ ਐਨੀਥਿੰਗ ਯੂ ਟੱਚ ਐਂਡ ਫੀਲ ਉਹ ਸਿਟੀ ਦੀ ਮੈਂਡੇਟ ਆ, ਚਾਹੇ ਉਹ ਸਾਈਡ ਵਾਕ ਹੋਵੇ, ਚਾਹੇ ਉਹ ਪਾਰਕਸ ਹੋਣ, ਚਾਹੇ ਤੁਸੀਂ ਪਾਣੀ ਪੀਣਾ, ਚਾਹੇ ਗਾਰਬੇਜ ਕਲੈਕਸ਼ਨ, ਉਹ ਸਿਟੀ ਕਰ ਰਹੀ ਹੈ ਜੀ, ਹੈ ਨਾ। ਤੇ ਹਾਂਜੀ, ਬਿਲਕੁਲ ਠੀਕ ਹੈ ਜੀ। ਤੁਸੀਂ ਬੱਚਿਆਂ ਦੇ ਖੇਡਣ ਦੀ ਗੱਲਬਾਤ ਕੀਤੀ ਹੈ, ਖੇਡਾਂ ਨਾਲ ਥੋੜ੍ਹੀ ਜਿਹੀ ਗੱਲਬਾਤ ਕਰ ਲੈਂਦੇ ਹਾਂ। ਅਰੀਨਾ ਦੇ ਉੱਤੇ ਬਹੁਤ ਸਾਰੀਆਂ ਨਿਊਜ਼ ਪਿਛਲੇ ਕੁਝ ਸਮੇਂ ਤੋਂ ਆ ਰਹੀਆਂ ਨੇ, ਤੇ ਹੁਣ ਕੀ ਫਿਊਚਰ ਹੈ ਜੀ ਅਰੀਨੇ ਦਾ? ਹਾਂਜੀ, ਨਹੀਂ ਬਿਲਕੁਲ, ਸਾਡੇ ਲਈ ਵੀ ਇੱਕ ਸ਼ੌਕ ਸੀਗਾ, ਕਿਉਂਕਿ ਪਿਛਲੀ ਜਿਹੜੀ ਕਾਉਂਸਲ ਸੀ ਉਹਨਾਂ ਨੇ ਡੀਲ ਅਪਰੂਵ ਕਰਦੀ ਸੀਗੀ ਸੀਸੈਕ ਦੇ ਨਾਲ, ਪਰ ਸੀਸੈਕ ਨੇ ਆਈ ਬਲੀਵ ਦਸੰਬਰ 21 ਨੂੰ ਮੇਅਰ ਨੂੰ ਫੋਨ ਕੀਤਾ ਤੇ ਕਿਹਾ ਵੀ ਅਸੀਂ ਵੀ ਆਰ ਡਨ, ਅਸੀਂ ਬਾਹਰ ਜਾ ਰਹੇ ਹਾਂ ਡੀਲ ਤੋਂ। ਇਟ ਵਾਜ਼ ਸ਼ੌਕਿੰਗ, ਕਿਉਂਕਿ ਜਿੰਨਾ ਪੈਸਾ ਸਿਟੀ ਨੇ ਕਮਿਟ ਕੀਤਾ ਮੈਨੂੰ ਨਹੀਂ ਲੱਗਦਾ ਇਸ ਤੋਂ ਜ਼ਿਆਦਾ ਕੋਈ ਕਰ ਸਕਦਾ ਸੀਗਾ। 275 ਮਿਲੀਅਨ ਹਾਰਡ ਕੈਸ਼, ਉਸ ਤੋਂ ਬਾਅਦ ਫ੍ਰੀ ਲੈਂਡ, ਸੈਡਲ ਡੋਮ ਨੂੰ ਢਾਉਣਾ, ਡੈਮੋਲੀਸ਼ਨ ਦੀ ਕਾਸਟ 12.9 ਮਿਲੀਅਨ, ਉਸ ਤੋਂ ਬਾਅਦ ਉਹਦੇ ਵਿੱਚ ਰੈਕਲੇਮੇਸ਼ਨ ਦੀ ਕਾਸਟ, ਮਤਲਬ ਬਹੁਤ ਸਿਟੀ ਨੇ ਦਿੱਤਾ ਜਿਹਨੂੰ, ਤੇ ਸਾਰਾ ਪੈਸਾ ਜਿਹੜਾ ਸੀਗਾ ਸਾਡੇ ਰਿਜ਼ਰਵਸ ਤੋਂ ਆਇਆ ਸੀਗਾ। ਪਰ 21 ਦਸੰਬਰ ਨੂੰ ਉਹ ਕਹਿੰਦੇ ਜੀ ਕਿ ਵੀ ਆਰ ਡਨ, ਤੇ ਸਾਡੇ ਲਈ ਨਮੋਸ਼ੀ ਵੀ ਸੀ, ਕਿਉਂਕਿ
ਅਰੀਨਾ ਜਿਹੜਾ ਇਵੈਂਟ ਸੈਂਟਰ ਕਹਿ ਲਈਏ, ਉਹ ਸਾਡਾ ਜਿਹੜਾ ਡਿਸਟ੍ਰਿਕਟ ਰਿਵਰਸ ਰੀਵਾਈਟਲਾਈਜੇਸ਼ਨ ਪਲਾਨ ਆ ਉਹਦਾ ਬਹੁਤ ਵੱਡਾ ਕੰਪੋਨੈਂਟ ਸੀਗਾ, ਤੇ ਅਸੀਂ ਕਲਚਰ ਐਂਡ ਐਂਟਰਟੇਨਮੈਂਟ ਡਿਸਟ੍ਰਿਕਟ ਜੇ ਤੇ ਆਪ ਬਣਾਉਣਾ ਵਾ ਉਸ ਏਰੀਆ ਦੇ ਵਿੱਚ, ਉਹਦੇ 'ਚ ਵੀ ਐਂਕਰ ਸੀ। ਸੋ ਚਲੋ ਉਹ ਹੋ ਗਿਆ। ਉਸ ਤੋਂ ਬਾਅਦ ਅਸੀਂ ਐਜ਼ ਅ ਕਾਊਂਸਲ ਬੜੀਆਂ ਦੇਖਿਆ ਵੀ ਕੀ ਹੋ ਸਕਦਾ ਵਾ। ਸੋ 2 ਵੀਕ ਪਹਿਲਾਂ ਆਲਮੋਸਟ ਜਿਹੜੀ ਸਾਡੀ ਕੰਬਾਈਨਡ ਕਾਊਂਸਲ ਮੀਟਿੰਗ ਹੋਈ ਸੀਗੀ, ਉਹਦੇ ਵਿੱਚ ਇੱਕ ਨਵੀਂ ਕਮੇਟੀ ਬਣਾ ਦਿੱਤੀ ਗਈ ਆ। ਉਹਦੇ ਵਿੱਚ 3 ਕਾਊਂਸਲਰ ਨੇ, ਇੱਕ ਕਾਊਂਸਲ ਜਿਹੜਾ ਕੈਲਗਰੀ ਮਿਊਨਿਸਪਲ ਲੈਂਡ ਕਾਰਪੋਰੇਸ਼ਨ ਦੇ ਉੱਤੇ ਬਹਿੰਦਾ ਉਹ ਆ ਕੋਟਨੀ ਵਾਲਕਟ। ਉਸ ਤੋਂ ਬਾਅਦ ਦੂਜਾ ਸਟੈਂਪੀਡ ਬੋਰਡ ਤੇ ਜਿਹੜੇ ਬਹਿੰਦੇ ਨੇ ਡੈਨ ਮਕਲੇਨ, ਦੂਜੇ ਨੰਬਰ ਤੇ ਉਹ ਨੇ, ਮਤਲਬ ਦੂਜੇ ਨੰਬਰ ਤੇ ਨਹੀਂ ਦੂਜੇ ਉਹ ਨੇ, ਤੇ ਤੀਜੇ ਸਾਡੀ ਕਾਊਂਸਲਰ ਐਟ ਲਾਰਜ ਸੋਨੀਆ ਸ਼ਾਰਪ। 3 ਉਹ ਨੇ ਤੇ 2 ਜਿਹੜੇ ਨੇ, ਇੱਕ CMLC ਦੀ ਚੀਫ ਆ ਤੇ ਇੱਕ ਕੈਲਗਰੀ ਚੈਂਬਰ ਆਫ ਕਾਮਰਸ ਦੀ। ਇਹ 5 ਮੈਂਬਰੀ ਕਮੇਟੀ ਆ, ਇਹਨਾਂ ਕੋਲ ਵੋਟਿੰਗ ਰਾਈਟਸ ਨੇ, ਤੇ ਇਹਨਾਂ ਨੇ ਇੱਕ ਥਰਡ ਪਾਰਟੀ ਨਾਲ ਕੰਮ ਕਰਨਾ। ਅੱਛਾ ਜੀ। ਤੇ ਉਹ ਥਰਡ ਪਾਰਟੀ ਤੇ ਇਹ ਕਮੇਟੀ ਦੀ ਮੈਂਡੇਟ ਇਹ ਹੈਗੀ ਆ ਕਿ ਇਹ ਆਪਸ਼ਨਸ ਲੱਭਣ। ਆਪਸ਼ਨਸ ਸਿੱਧੂ ਸਾਹਿਬ ਇਹ ਹੋ ਸਕਦੇ ਨੇ ਕਿ CSEC ਕੈਲਗਰੀ ਸਪੋਰਟਸ ਐਂਡ ਐਂਟਰਟੇਨਮੈਂਟ ਕਾਰਪੋਰੇਸ਼ਨ, ਜਿਹਦੇ ਥੱਲੇ ਫਲੇਮ, ਸਟੈਂਪੀਡਰਸ ਤੇ ਹਿਟਮੈਨ ਆਉਂਦੇ ਨੇ, ਕਿ ਉਹ ਇੰਟਰਸਟਿਡ ਨੇ ਫਿਰ ਤੋਂ ਅਰੀਨਾ ਬਣਾਉਣ ਦੇ ਵਿੱਚ ਜਾਂ ਇਵੈਂਟ ਸੈਂਟਰ ਬਣਾਉਣ ਦੇ, ਜਾਂ ਜੇ ਉਹ ਨਹੀਂ ਨੇ ਕਿਉਂ ਨਹੀਂ ਗੇ, ਜੇ ਹੈਗੇ ਆ ਕੀ ਰਿਕੁਆਇਰਮੈਂਟਸ ਨੇ। ਸੈਕੰਡ, ਕੀ ਕੋਈ ਹੋਰ ਵੀ ਇੰਟਰਸਟਿਡ ਹੈਗਾ ਇਵੈਂਟ ਸੈਂਟਰ ਬਣਾਉਣ ਲਈ। ਸੋ ਉਹਨਾਂ ਦੀ ਮੈਂਡੇਟ ਹੈਗੀ ਹੈ ਬਾਈ ਸਪਟੈਂਬਰ ਆਈ ਥਿੰਕ ਉਹਨਾਂ ਨੇ ਕਾਊਂਸਲ ਨੂੰ ਰਿਪੋਰਟ ਬੈਕ ਕਰਨਾ ਵਾ ਜੀ ਰੈਕਮੈਂਡੇਸ਼ਨਸ ਦੇ ਨਾਲ, ਤੇ ਉਸ ਤੋਂ ਬਾਅਦ ਕਾਊਂਸਲ ਜਿਹੜੀਆਂ ਵੀ ਰੈਕਮੈਂਡੇਸ਼ਨ ਹੋਈਆਂ ਉਹਦੇ ਤੇ ਵੋਟਿੰਗ ਕਰਕੇ ਇੱਕ ਆਪਸ਼ਨ ਚੂਜ਼ ਕਰੂਗੀ। ਬਹੁਤ ਵਧੀਆ ਗੱਲ ਹੈ। ਅਖੀਰ ਦੇ ਵਿੱਚ ਥੋੜ੍ਹਾ ਜਿਹਾ ਟੈਕਸੀ ਇੰਡਸਟਰੀ ਬਾਰੇ ਗੱਲਬਾਤ ਕਰਾਂਗੇ। ਵੈਸੇ ਤਾਂ ਕਿਉਂਕਿ ਖਾਸ ਤੌਰ 'ਤੇ ਆਪਣਾ ਪੰਜਾਬੀ ਭਾਈਚਾਰਾ ਜਿਹੜਾ ਜਿਹੜੀ ਟਰਾਂਸਪੋਰਟੇਸ਼ਨ ਇੰਡਸਟਰੀ ਉਹਦੇ ਨਾਲ ਬਹੁਤ ਜੁੜਿਆ ਹੈ, ਭਾਵੇਂ ਉਹ ਟਰੱਕਿੰਗ ਆ ਗਈ, ਭਾਵੇਂ ਉਹ ਟਰਾਂਜ਼ਿਟ ਆ ਗਈ, ਜਾਂ ਟੈਕਸੀ ਦੇ ਵਿੱਚ ਜੀ। ਅਤੇ ਕਾਫੀ ਲੰਬੇ ਸਮੇਂ ਤੋਂ ਸਾਡੇ ਜਿਹੜੇ ਟੈਕਸੀ ਇੰਡਸਟਰੀ ਦੇ ਵਿੱਚ ਬਹੁਤੇ ਤਾਂ ਵੀਰ ਨੇ, ਕੁਝ ਭੈਣਾਂ ਵੀ ਹਨ, ਪਰ ਬਹੁਤੇ ਵੀਰ ਟੈਕਸੀ ਚਲਾਉਂਦੇ ਨੇ। ਉਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਬਣੀਆਂ ਹੋਈਆਂ ਨੇ ਲੌਂਗ ਟਾਈਮ ਤੋਂ, ਅਤੇ ਜਦੋਂ ਕੋਈ ਆਪਣਾ ਭਾਈਚਾਰੇ ਤੋਂ ਬਣਦਾ ਤਾਂ ਥੋੜ੍ਹੀਆਂ ਜਿਹੀਆਂ ਸਮੱਸਿਆਵਾਂ ਨੂੰ ਸੌਖਾ ਸਮਝ ਆਉਂਦਾ ਹੈ। ਸੋ ਕੀ ਨਵਾਂ ਹੋ ਰਿਹਾ ਜੀ ਟੈਕਸੀ ਇੰਡਸਟਰੀ ਦੇ ਵਿੱਚ, ਅਤੇ ਕੀ ਸਮੱਸਿਆਵਾਂ ਨੇ ਅੱਜ ਕੱਲ੍ਹ ਦੀਆਂ? ਨਹੀਂ ਜੀ, ਬਿਲਕੁਲ ਦੇਖੋ 25-26 ਸਾਲ ਹੋ ਗਏ ਮੈਨੂੰ ਕੈਨੇਡਾ ਆਏ ਹੋਏ, ਅਤੇ ਮੈਂ ਉਦੋਂ ਦਾ ਹੀ ਸੁਣਦਾ ਆ ਰਿਹਾ, ਕਿਉਂਕਿ ਮੇਰੇ ਚਾਚਾ ਜੀ, ਮੇਰੇ ਫੁੱਫੜ ਜੀ ਪਾਲੀ ਵਰਗ ਤੁਸੀਂ ਜਾਣਦੇ ਹੋ, ਟੈਕਸੀ ਡਰਾਈਵਰ ਟੈਕਸੀ ਚਲਾਉਂਦੇ ਰਹੇ ਨੇ, ਉਹਨਾਂ ਦੇ ਮੂੰਹੋਂ ਮੁਸ਼ਕਲਾਂ ਸੁਣਦੇ ਆ ਰਹੇ ਸੀ। ਸੋ ਇਸ ਵਕਤ ਕੁਝ ਜਿਹੜੇ ਟੈਕਸੀ ਚਲਾਉਣ ਵਾਲੇ ਆਪਣੇ ਵੀਰ ਨੇ, ਭੈਣਾਂ ਨੇ, ਉਹਨਾਂ ਨੇ ਅਪਰੋਚ ਕੀਤਾ ਵੀ ਕੋਵਿਡ ਕਰਕੇ ਸਾਡਾ ਬਿਜ਼ਨਸ ਥੱਲੇ ਗਿਆ, ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਇੰਸ਼ੋਰੈਂਸ ਐਕਟ ਦੇ ਵਿੱਚ ਚੇਂਜਸ ਲਿਆਂਦੀਆਂ, ਉਹਦਾ ਇਫੈਕਟ ਸਾਡੇ ਤੇ ਹੋ ਰਿਹਾ ਵਾ, ਵੀ ਸਾਡੀ ਹੈਲਪ ਕੀਤੀ ਜਾਵੇ। ਪਹਿਲੀ ਕਾਊਂਸਲ ਨੇ ਕੁਝ ਉਹਨਾਂ ਨੂੰ ਜਿਹਨੂੰ ਕਹਿ ਸਕਦੇ ਹਾਂ ਦਿੱਤੇ ਹੋਏ ਸੀਗੇ, ਜਿੱਦਾਂ ਲਾਇਸੈਂਸ ਦੇ ਵਿੱਚ 50% ਰਿਡਕਸ਼ਨ, ਕੁਝ ਫੀਸ ਮਾਫ ਕੀਤੀਆਂ ਹੋਈਆਂ ਸੀ। ਸੋ ਮੈਂ ਉਸ ਤੋਂ ਬਾਅਦ ਮੈਂ ਕਿਹਾ ਵੀ ਓਕੇ ਲੈਟਸ ਵਰਕ ਔਨ ਇਟ। ਅਤੇ ਹੋਇਆ ਕਿ ਮੈਂ ਕੁਝ ਆਪਣੇ ਜਿਹੜੇ ਬ੍ਰੋਕਰੇਜਿਸ ਨੇ, ਖਾਸ ਕਰ ਪੰਜਾਬੀ ਭਾਈਚਾਰੇ ਅਤੇ ਪਾਕਿਸਤਾਨੀ ਭਾਈਚਾਰੇ ਨਾਲ, ਉਹਨਾਂ ਨਾਲ ਮੀਟਿੰਗ ਸੈਟਅਪ ਕੀਤੀਆਂ 2 ਵੀਕ ਪਹਿਲਾਂ। ਉਸੇ ਦੇ ਨਾਲ ਲਿਵਰੀ ਜਿਹੜੀ ਹੈਗੀ ਆ, ਜਿਹੜੀ ਸਿਟੀ ਦੀ ਆਰਗੇਨਾਈਜੇਸ਼ਨ ਆ, ਉਹਨਾਂ ਨੇ ਇੱਕ ਪ੍ਰਪੋਜ਼ਲ ਲਿਆਉਣੀ ਸੀਗੀ ਕਾਊਂਸਲ ਦੇ ਵਿੱਚ। ਜਿਹੜੀ ਪ੍ਰਪੋਜ਼ਲ ਦੇ ਵਿੱਚ ਉਹਨਾਂ ਨੇ ਰੈਕਮੈਂਡ ਕਰਨਾ ਸੀ ਵੀ ਜਿਹੜੇ ਰੇਟ ਨੇ ਜੀ, ਡ੍ਰੌਪ ਰੇਟ, ਉਹਨਾਂ ਨੂੰ ਖਤਮ ਕਰ ਦਿੱਤਾ ਜਾਵੇ। ਇੱਕ ਤਰ੍ਹਾਂ ਨਾਲ ਜਿਹੜਾ ਟਰਾਂਸਪੋਰਟੇਸ਼ਨ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਊਬਰ ਮਾਡਲ ਲਿਆ ਰਹੇ ਸੀ। ਮੈਂ ਟੈਕਸੀ ਨਹੀਂ ਚਲਾਈ, ਮੈਨੂੰ ਪਤਾ ਨਹੀਂ, ਪਰ ਮੈਂ ਸੋਚਿਆ ਵੀ ਇਹਦੇ ਬਾਰੇ ਪਤਾ ਕੀਤਾ ਜਾਵੇ। ਫਿਰ ਮੈਂ ਜਦੋਂ ਆਪਣੇ ਭੈਣਾਂ ਵੀਰਾਂ ਨਾਲ ਗੱਲ ਕੀਤੀ, ਕਈਆਂ ਨੇ ਕਿਹਾ ਵੀ ਇਹ ਨਹੀਂ ਹੋਣਾ ਚਾਹੀਦਾ। 1699 ਪਲੇਟਾਂ ਨੇ ਇਸ ਵਕਤ ਸਿਟੀ ਦੇ ਵਿੱਚ। ਅੱਛਾ ਜੀ। ਤੇ ਫਿਰ ਮੈਂ ਬੈਠ ਕੇ ਸਾਰਾ ਇਹਨਾਂ ਦਾ ਬਾਇਲਾਅ ਪੜ੍ਹਿਆ ਜੀ, 171 ਪੇਜਾਂ ਦਾ ਬਾਇਲਾਅ ਵਾ। ਵਾਹ ਜੀ। ਮੈਂ ਉਹ ਸਾਰਾ ਪੜ੍ਹਿਆ, ਮੈਂ ਉਹਦੇ 'ਚ ਕੌਮੈਂਟ ਕੀਤੇ। ਜਿਹੜਾ ਬਾਇਲਾਅ ਮੈਂ ਦੇਖਿਆ ਨਾ ਸਿੱਧੂ ਸਾਹਿਬ, ਉਹ ਬਿਲਕੁਲ ਡਰਾਈਵਰ ਭਰਾਵਾਂ ਤੇ ਭੈਣਾਂ ਦੇ ਅਗੇਂਸਟ ਆ। ਮਤਲਬ ਮੈਂ ਇੰਨਾ ਡਿਸਕ੍ਰਿਮੀਨੇਟੋਰੀ ਬਾਇਲਾਅ ਨਹੀਂ ਦੇਖਿਆ। ਮੈਨੂੰ ਬੜੀ ਇੱਕ ਗੁੱਸਾ ਵੀ ਆਇਆ, ਪਰ ਮੈਨੂੰ ਡਿਸਅਪੁਆਇੰਟਮੈਂਟ ਵੀ ਹੋਈ ਕਿ ਅੱਜ ਤੱਕ ਇਹ ਬਾਇਲਾਅ ਕਿਸੇ ਨੇ ਪੜ੍ਹ ਕੇ ਚੇਂਜ ਕਿਉਂ ਨਹੀਂ ਕੀਤਾ। ਸੋ ਉਸ ਤੋਂ ਬਾਅਦ ਮੈਂ ਜਿਹੜੇ ਮੇਰੇ ਹੋਰ ਕਾਊਂਸਲਰਸ ਨੇ ਉਹਨਾਂ ਨਾਲ ਗੱਲ ਕੀਤੀ। ਮੈਂ ਕਿਹਾ ਵੀ ਆਪਾਂ ਨੂੰ ਇਹ ਚੇਂਜ ਲਿਆਉਣੀ ਪੈਣੀ ਹੈ, ਕਿਉਂਕਿ ਤੁਸੀਂ ਜੇ ਬਾਇਲਾਅ ਦੇਖੋ, ਹੁਣ ਇਨਸਪੈਕਸ਼ਨ ਹੋ ਰਹੀ ਆ ਤੇ ਡਰਾਈਵਰ ਦੇ ਉੱਤੇ ਛੱਡ ਦਿੱਤਾ ਜਾਂਦਾ ਕਿ ਉਹ ਇਨਸਪੈਕਸ਼ਨ ਦੀ ਕਾਪੀ ਨਾਲੇ ਲਿਵਰੀ ਨੂੰ ਦੇਵੇ, ਨਾਲੇ ਬ੍ਰੋਕਰੇਜ ਨੂੰ ਦੇਵੇ। ਜਦੋਂ ਮੈਨੂੰ ਕੋਈ ਹਾਇਰ ਕਰਦਾ ਵਾ, ਮੈਂ ਆਪਦੇ ਡਾਕੂਮੈਂਟ ਉਸ ਇੰਪਲੋਇਰ ਨੂੰ ਦੇਣੇ, ਇੰਪਲੋਇਰ ਨੇ ਗਾਂ ਕਿਹਨੂੰ ਦੇਣੇ ਆ, ਰੈਗੂਲੇਟਰੀ ਬੋਡੀਜ਼ ਨੂੰ, ਉਹਨੇ
ਡੀਲ ਕਰਨਾ। ਕਿਉਂ ਇੱਕ ਵਿਚਾਰਾ ਡਰਾਈਵਰ ਆਪਣੇ 3-4 ਘੰਟੇ ਭੰਨ ਕੇ ਨਾਲੇ ਬ੍ਰੋਕਰੇਜ ਨੂੰ ਦਿੰਦਾ ਨਾਲੇ ਲਿਵਰੀ ਨੂੰ ਦਿੰਦਾ, ਕਿਉਂ ਨਹੀਂ ਉਹ ਬ੍ਰੋਕਰੇਜ ਨੂੰ ਦੇ ਦਿੰਦਾ ਤੇ ਬ੍ਰੋਕਰੇਜ ਅੱਗੇ ਦੇ ਦਿੰਦੀ ਹੈ। ਜੀ ਜੀ ਜੀ। ਇਲੈਕਟ੍ਰੋਨਿਕਲੀ ਕੋਈ ਸੰਵਿਧਾਨ ਵਿਵਸਥਾ ਹੈ ਨਹੀਂ ਗੀ। ਜੀ ਜੀ ਜੀ। ਉਬਰ ਵਾਲੇ ਭਰਾ ਭੈਣ ਜਿਹੜੇ ਚਲਾਉਂਦੇ ਨੇ ਉਹ ਇਲੈਕਟ੍ਰੋਨਿਕਲੀ ਸਬਮਿਟ ਕਰਦੇ ਆ, ਸਾਡੇ ਭਰਾਵਾਂ ਨੂੰ ਪੇਪਰ ਕਾਪੀਆਂ ਲੈਣੀਆਂ। ਸੋ ਲੌਂਗ ਸਟੋਰੀ ਸ਼ੋਰਟ, ਇਹ ਸਾਰਾ ਸੁਣ ਕੇ ਆਪਾਂ ਇੱਕ ਟਾਊਨ ਹਾਲ ਰੱਖਿਆ ਵਾ, ਜਿਹੜਾ ਅਗਲੇ ਸੈਟਰਡੇ ਜੀ ਜਿਹੜਾ ਆਉਣ ਵਾਲਾ ਸੈਟਰਡੇ ਹੈਗਾ 26 ਤਰੀਕ ਆਈ ਬਲੀਵ ਉਹ ਬਣਦੀ ਹੈ। ਜੀ ਜੀ ਜੀ। ਉਦਣ ਆਪਾਂ ਜੈਨੇਸਿਸ ਦੇ ਵਿੱਚ ਕਰਾਂਗੇ 2 ਤੋਂ 4। ਠੀਕ ਹੈ ਜੀ। ਦੁਪਹਿਰ ਦੇ 2 ਤੋਂ 4 ਹੋਊਗਾ ਉਹ। ਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ ਕਿ ਆਓ, ਪਲੀਜ਼ ਆਓ, ਕਿਉਂਕਿ ਮੈਂ ਇਹ ਸੁਣਿਆ ਕਿ ਰਾਜ ਸਾਡੀ ਆਵਾਜ਼ ਨਹੀਂ ਸੁਣੀ ਜਾਂਦੀ। ਜੇ ਤੁਸੀਂ ਆ ਕੇ ਬਾਅਦ ਦੀ ਆਵਾਜ਼ ਨਹੀਂ ਦੱਸੋਗੇ ਸਾਨੂੰ ਤਾਂ ਕਿੱਦਾਂ ਸੁਣੀ ਜਾਊਗੀ। ਤੇ ਹੋਰ ਦੂਜੀ ਗੱਲ ਆ, ਮੈਂ ਸਾਰੇ ਕਾਉਂਸਲਰਸ ਨੂੰ ਇਨਵਾਈਟ ਕੀਤਾ ਵਾ ਕਿ ਆ ਕੇ ਤੁਸੀਂ ਫਰਸਟ ਹੈਂਡ ਸੁਣੋ ਇਹਨਾਂ ਦੀਆਂ ਗੱਲਾਂ। ਮੈਨੂੰ ਖੁਸ਼ੀ ਦੀ ਆ ਕਿ 2 ਕਾਉਂਸਲਰਸ ਨੇ ਮੈਨੂੰ ਆਲਰੇਡੀ ਕਨਫਰਮ ਕਰਦਾ ਕਿ ਰਾਜ ਅਸੀਂ ਆਵਾਂਗੇ। ਠੀਕ ਹੈ ਜੀ। ਤੇ 2 ਤੋਂ 4 ਬੇਸਿਕਲੀ ਆਪਾਂ ਉੱਥੇ ਬੈਠਾਂਗੇ। ਮੈਂ ਲਿਵਰੀ ਨੂੰ ਵੀ ਇਨਵਾਈਟ ਕੀਤਾ, ਆਉਂਦੇ ਆ ਨਹੀਂ ਆਉਂਦੇ ਮੈਨੂੰ ਨਹੀਂ ਪਤਾ। ਤੇ ਤੁਸੀਂ ਆਓ ਸਾਰੇ, ਉੱਥੇ ਪਹੁੰਚੋ, ਆਪਾਂ ਗੱਲਬਾਤ ਕਰਾਂਗੇ ਜੀ। ਸਿੱਧੂ ਸਾਹਿਬ ਤੁਹਾਨੂੰ ਵੀ ਇਨਵਾਈਟ ਆ, ਮੀਡੀਆ ਨੂੰ ਪਲੀਜ਼ ਆਓ, ਕਵਰ ਕਰੋ, ਤਾਂ ਜੋ ਆਪਾਂ ਇੱਕ ਯੂਨਾਈਟਿਡ ਵੌਇਸ ਲੈ ਕੇ ਕਾਉਂਸਲ ਦੇ ਵਿੱਚ ਜਾ ਸਕੀਏ ਤੇ ਚੇਂਜਸ ਲਿਆ ਕੇ ਆਪਣੇ ਜਿੰਨੇ ਵੀ ਲਿਵਰੀ ਦੇ ਵਿੱਚ ਕੰਮ ਕਰਦੇ ਨੇ ਭੈਣ ਭਰਾ, ਚਾਹੇ ਉਹ ਟੈਕਸੀ ਚਲਾਉਂਦੇ ਨੇ ਚਾਹੇ ਉਬਰ ਚਲਾਉਂਦੇ ਨੇ, ਉਹਨਾਂ ਦੀ ਲਾਈਫ ਨੂੰ ਆਪਾਂ ਬੈਟਰ ਕਿੱਦਾਂ ਕਰ ਸਕੀਏ। ਘੱਟੋ ਘੱਟ ਕਮਿਊਨੀਕੇਸ਼ਨ ਜਿਹੜਾ ਸਟਾਰਟ ਹੋਵੇਗਾ ਤੇ ਫਿਰ ਉਹਨਾਂ ਦੀਆਂ ਸਮੱਸਿਆਵਾਂ ਬਾਰੇ ਤੁਸੀਂ ਜਾਣੋਗੇ ਜੀ। ਹਾਂਜੀ। 2 ਟੌਪਿਕ ਨੇ, ਵੈਸੇ ਉਹ ਡਾਇਰੈਕਟਲੀ ਸਿਟੀ ਦੇ ਕੰਮਾਂ ਨਾਲ ਸੰਬੰਧਿਤ ਨਹੀਂ, ਪਰ ਉਹ ਲੋਕੀ ਉਸ ਨਾਲ ਜੂਝ ਕਾਫੀ ਰਹੇ ਨੇ। ਇੱਕ ਤਾਂ ਯੂਟਿਲਿਟੀਜ਼ ਬਿੱਲ ਜਿਹੜੇ ਨੇ ਉਹ ਬਹੁਤ ਜ਼ਿਆਦਾ ਆਉਣ ਲੱਗ ਪਏ ਨੇ ਆਮ ਲੋਕਾਂ ਦੇ। ਅਲਬਰਟਾ ਗੌਰਮੈਂਟ ਉਸ 'ਤੇ ਕੁਛ ਕਰ ਰਹੀ ਹੈ, ਪਰ ਐਜ਼ ਏ ਕਾਉਂਸਲਰ ਤੁਸੀਂ ਕੀ ਸੁਜੈਸਟ ਕਰਦੇ ਹੋ ਕਿ ਕੀ ਤਬਦੀਲੀਆਂ ਅਲਬਰਟਾ ਸਰਕਾਰ ਨੂੰ ਕਰਨੀਆਂ ਚਾਹੀਦੀਆਂ ਨੇ? ਦੇਖੋ ਜੀ, ਬਹੁਤ ਵਧੀਆ ਤੁਸੀਂ ਕੁਐਸਚਨ ਕੀਤਾ ਤੇ ਟਾਈਮਿੰਗ ਵੀ ਬਹੁਤ ਵਧੀਆ, ਕਿਉਂਕਿ ਸਾਡੀ ਐਨਮੈਕਸ ਨਾਲ ਗੱਲ ਹੋਈ ਸੀਗੀ। ਐਨਮੈਕਸ ਜਿਹੜੀ ਆ ਉਹ ਪੂਰੀ ਸਿਟੀ ਦੀ ਹੋਲੀ ਓਨਡ ਸਬਸਿਡਰੀ ਆ ਜੀ। ਤੇ ਮੈਨੂੰ ਕਈ ਰੈਜ਼ੀਡੈਂਟਸ ਨੇ ਕਿਹਾ ਸੀਗਾ ਕਿ ਗੈਸ ਦੀ ਪ੍ਰਾਈਸਿਸ ਵਧ ਰਹੀਆਂ, ਬਿਜਲੀ ਦੀਆਂ ਵਧ ਰਹੀਆਂ, ਤੇ ਐਜ਼ ਅ ਸਿਟੀ ਅਸੀਂ ਕੁਝ ਨਹੀਂ ਕਰ ਸਕਦੇ ਓਨੈਸਟਲੀ। ਜੀ, ਮੈਨੂੰ ਪਤਾ ਅਲਬਰਟਾ ਗਵਰਨਮੈਂਟ ਦਾ, ਪਰ ਤੁਸੀਂ ਸੁਜੈਸਟ ਕੀ ਕਰ ਸਕਦੇ ਹੋ? ਮੈਂ ਜਿਹੜੀ ਗੱਲ ਕੀਤੀ ਸੀਗੀ, ਮੈਂ ਐਨਮੈਕਸ ਨਾਲ ਗੱਲ ਕੀਤੀ ਸੀਗੀ। ਇੱਕ ਉਹਨਾਂ ਦਾ ਪ੍ਰੋਗਰਾਮ ਕਮਿਊਨਿਟੀ ਪ੍ਰੋਗਰਾਮ ਹੈਗਾ ਵਾ, ਟ੍ਰੈਲਸ ਨੂੰ ਉਹ ਪੈਸੇ ਦਿੰਦੇ ਆ 150 ਮਿਲੀਅਨ ਉਹਨਾਂ ਨੇ ਦਸੰਬਰ 'ਚ ਦਿੱਤਾ ਸੀ, ਵੀ ਜਿਹੜੇ ਲੋਕ ਜੂਝ ਰਹੇ ਨੇ, ਲੋ ਇਨਕਮ ਨੇ ਜਾਂ ਉਹਨਾਂ ਕੋਲ ਪੈਸੇ ਹੈ ਨਹੀਂ, ਉਹ 211 ਕਾਲ ਕਰਕੇ ਹੈਲਪ ਲੈ ਸਕਦੇ ਆ। ਜੀ ਜੀ। ਆਪਣੇ ਖਾਸ ਕਰ ਸਾਊਥ ਏਸ਼ੀਅਨ ਭਾਈਚਾਰੇ ਦੇ ਵਿੱਚ 311 ਵੀ ਪਤਾ, 911 ਵੀ ਪਤਾ, 211 ਬਾਰੇ ਨਹੀਂ ਪਤਾ ਨਹੀਂ। ਸੋ ਮੈਂ ਇੱਕ ਤਾਂ ਐਜੂਕੇਸ਼ਨ ਆ ਵੀ 211, ਜੇ ਤੁਹਾਨੂੰ ਕੋਈ ਵੀ ਇੰਡੀਡ ਕੋਈ ਵੀ ਹੈਲਪ ਚਾਹੀਦੀ ਹੈ, ਤੁਹਾਨੂੰ ਰਾਤ ਨੂੰ ਖਾਣਾ ਤੁਹਾਡੇ ਕੋਲ ਹੈ ਨਹੀਂ, 211 ਕਾਲ ਕਰਕੇ। ਅੱਛਾ, ਜ਼ਰੂਰਤਮੰਦ ਕੋਈ ਵੀ ਕਰ ਸਕਦਾ ਉੱਤੇ? ਕੋਈ ਵੀ ਜ਼ਰੂਰਤ ਆ ਤੁਹਾਡੀ, ਤੁਹਾਨੂੰ ਰਾਈਡ ਚਾਹੀਦੀ ਆ, ਤੁਹਾਨੂੰ ਕਈ ਵਾਰ ਸਾਡੀਆਂ ਭੈਣ ਭਰਾ ਸਾਡੇ ਡੋਮੈਸਟਿਕ ਅਬਿਊਜ਼ ਵਾਇਲੈਂਸ ਦੇ ਵਿੱਚ ਲੰਘਦੇ, ਉਹਨਾਂ ਕੋਲ ਰਾਤ ਨੂੰ ਰਹਿਣ ਨੂੰ ਥਾਂ ਨਹੀਂ ਹੈ। ਬਿਲਕੁਲ 211 ਕਾਲ ਕਰੋ, ਉੱਤੇ ਤੁਹਾਨੂੰ ਮਿਲੂ ਯੂਟਿਲਿਟੀ ਦੇ ਵਿੱਚ ਵੀ ਮਿਲੂ। ਦੂਜੀ ਗੱਲ, ਮੈਂ ਜਦੋਂ ਐਨਮੈਕਸ ਨੂੰ ਪੁੱਛਿਆ ਸੀਗਾ ਤੇ ਮੈਂ ਵੀ ਇੱਥੇ ਰਿਸਰਚ ਕੀਤੀ ਸੀ, ਪਿਛਲੀ ਅਗਸਤ ਦੇ ਵਿੱਚ ਜਿਹੜੇ ਸਾਡੇ ਐਨਰਜੀ ਇਕੋਨੋਮਿਸਟ ਨੇ, ਉਹਨਾਂ ਨੇ ਉਦੋਂ ਹੀ ਰੈੱਡ ਫਲੈਗ ਕੀਤਾ ਸੀ। ਉਦੋਂ ਹੀ ਉਹਨਾਂ ਨੇ ਸਾਡੇ ਲੋਕਾਂ ਨੂੰ ਕਿਹਾ ਸੀ ਵੀ ਭਾਈ ਤੁਸੀਂ ਰੈਗੂਲੇਟਡ ਰੇਟ ਛੱਡ ਕੇ ਫਿਕਸਡ ਰੇਟ ਤੇ ਚਲੇ ਜਾਓ। ਜੀ। ਇਸ ਵਕਤ ਜਿਹੜਾ ਰੈਗੂਲੇਟਡ ਰੇਟ ਆ ਉਹ ਹਾਈ ਆ। ਰੈਗੂਲੇਟਡ ਰੇਟ ਕੀ ਹੁੰਦਾ ਸਿੱਧੂ ਸਾਹਿਬ? ਰੈਗੂਲੇਟਡ ਰੇਟ ਐਵਰੀ ਮੰਥ ਚੇਂਜ ਹੁੰਦਾ ਜੀ, ਰਾਈਟ। ਜਿੱਦਾਂ ਨੈਚੁਰਲ ਗੈਸ ਨਾਲ ਹੁਣ ਅਸੀਂ ਬਿਜਲੀ ਬਣਾਉਂਦੇ ਆ, ਪਹਿਲਾਂ ਕੋਲ ਨਾਲ ਬਣਾਉਂਦੇ, ਨੈਚੁਰਲ ਗੈਸ ਦੇ ਵਿੱਚ ਫਲਕਚੁਏਸ਼ਨ ਬਹੁਤ ਆਉਂਦੀ ਆ, ਤੇ ਇਹਨਾਂ ਦਾ ਇੱਕ ਸਪਾਰਕ ਰੇਟ ਹੁੰਦਾ ਵਾ ਜਿਹੜੀਆਂ ਯੂਟਿਲਿਟੀ ਕੰਪਨੀਆਂ ਹੁੰਦੀਆਂ, ਬੇਸਿਕਲੀ ਜਿੰਨੀ ਬਿਜਲੀ ਵੇਚਦੇ ਆ ਤੇ ਜਿੰਨੀ ਗੈਸ, ਜਿਹੜਾ ਉਹਦਾ ਡਿਫਰੈਂਸ ਆ, ਉਹਨੂੰ ਇਹ ਕਹਿੰਦੇ ਸਪਾਰਕ ਕੱਟ। ਓਕੇ। ਤੇ ਇਹਨਾਂ ਦਾ ਹੁੰਦਾ ਵੀ ਮੈਕਸਿਮਾਈਜ਼ ਕਰੀਏ। ਸੋ ਐਵਰੀ ਮੰਥ ਜਿਹੜਾ ਅਲਬਰਟਾ ਯੂਟਿਲਿਟੀ ਕਮਿਸ਼ਨ ਆ ਉਹ ਰੇਟ ਤੈਅ ਕਰਦਾ ਵਾ, ਜਿਹੜਾ ਰੈਗੂਲੇਟਡ ਰੇਟ ਆ, ਇਹ ROR ਕਹਿ ਦਿੰਦੇ ਉਹਨੂੰ। ਸੋ ਮੈਂ ਸਾਰੇ ਸੁਣਨ ਵਾਲਿਆਂ ਨੂੰ ਇਹ ਕਹੂੰਗਾ ਕਿ ਜੇ ਓਪਰਚੁਨਿਟੀ ਹੈਗੀ, ਆਪਦੀ 6 ਲੱਖ ਇਸ ਵਕਤ ਐਨਮੈਕਸ ਦੇ ਫੋਰ ਇੰਸਟੈਂਸ ਕਸਟਮਰ ਨੇ, ਜੇ ਤੁਹਾਡੇ ਕੋਲ ਓਪਰਚੁਨਿਟੀ ਹੈਗੀ, ਆਪਦੀ ਥੋੜੀ ਰਿਸਰਚ ਕਰੋ, ਐਨਮੈਕਸ ਨੂੰ ਕਾਲ ਕਰੋ, ਜਾਂ ਜਿਨ੍ਹਾਂ ਤੋਂ ਨੈਚੁਰਲ ਗੈਸ ਲੈਂਦੇ ਉਹਨਾਂ ਨੂੰ, ਹੋ ਸਕੇ ਤਾਂ ਫਿਕਸਡ ਰੇਟ ਦੇ ਵਿੱਚ ਚਲੇ ਜਾਓ, ਕਿਉਂਕਿ ਫਿਕਸਡ ਰੇਟ 30% ਚੀਪ ਆ ROR ਨਾਲੋਂ। ਤੇ ਫਿਕਸ, ਕਈ ਕਹਿੰਦੇ ਜੀ ਮੈਂ ਫਿਕਸਡ ਰੇਟ ਦੇ ਵਿੱਚ ਚਲਿਆ ਗਿਆ ਤਾਂ ਮੈਂ ਕੰਟਰੈਕਟ, ਨੋ, ਤੁਹਾਡੇ ਕੋਲ 30 ਡੇਜ਼ ਹੈਗੇ ਆ ਨੋਟਿਸ ਦੇ ਕੇ, ਤੁਸੀਂ ਫਿਕਸਡ ਰੇਟ ਤੋਂ ਕਦੇ ਵੀ ਬਾਹਰ ਆ ਸਕਦੇ। ਬਿਲਕੁਲ ਠੀਕ ਹੈ ਜੀ। ਜ਼ਿਆਦਾ ਉਹ ਪਤਾ ਨਹੀਂਗਾ ਆਪਣੇ, ਤੇ ROR ਨੂੰ ਛੱਡ ਕੇ ਉਹਦੇ ਚਲੇ ਜਾਓ, ਜਦੋਂ ਤੁਹਾਨੂੰ ਲੱਗਿਆ ਕਿ ROR ਚੀਪ ਆ, 30 ਡੇ ਦਾ ਨੋਟਿਸ ਦੇ ਕੇ ਬਾਹਰ ਆ ਜਾਓ। ਬਹੁਤ ਵਧੀਆ ਗੱਲ ਦੱਸੀ ਹੈ ਜੀ।
ਕਿ ਜੇਕਰ ਫਿਕਸ ਰੇਟ ਤੁਸੀਂ ਕਰ ਲੈਂਦੇ ਹੋ ਤੇ ਜੇਕਰ ਫਿਰ ਵੀ ਤੁਹਾਨੂੰ ਲੱਗਦਾ ਕਿ ਜੇਕਰ ਬਾਹਰਲਾ ਰੈਗੂਲੇਟਰ ਰੇਟ ਘਟ ਰਿਹਾ ਹੈ ਤਾਂ 30 ਡੇ ਦਾ ਨੋਟਿਸ ਦੇ ਕੇ ਤੁਸੀਂ ਬਾਹਰ ਉਸ ਤੋਂ ਆ ਸਕਦੇ ਹੋ। ਤੇ ਸਿੱਧੂ ਸਾਹਿਬ ਸੌਰੀ ਮੈਂ ਤੁਹਾਨੂੰ ਕਹਾਂ ਕਿ ਮੈਂ ਐਨਮੈਕਸ ਨੂੰ ਇਨਵਾਈਟ ਕੀਤਾ ਵਾ, ਜਿਹੜਾ ਟਾਊਨ ਹਾਲ ਅਸੀਂ ਇੱਕ ਹੋਰ ਕਰ ਰਹੇ ਹਾਂ ਅਪ੍ਰੈਲ 'ਚ ਮੈਂ ਕਰ ਰਹੇ ਹਾਂ ਅਸੀਂ ਰੈਡਸਟੋਨ ਦੇ ਵਿੱਚ, ਉਹਦੀ ਡੇਟ ਅਨਾਊਂਸ ਕਰਾਂਗੇ, ਉੱਥੇ ਮੈਂ ਉਹਨਾਂ ਨੂੰ ਇਨਵਾਈਟ ਕੀਤਾ ਤਾਂ ਜੋ ਜ਼ਿਆਦਾ ਇਨਫੋਰਮੇਸ਼ਨ ਰੈਜ਼ੀਡੈਂਟਸ ਨੂੰ ਦੇ ਸਕਣ। ਬਹੁਤ ਵਧੀਆ ਗੱਲ। ਇੱਕ ਸਵਾਲ ਹੋਰ ਜੀ, ਜਿੱਥੇ ਕਿ ਯੂਟਿਲਿਟੀ ਬਿੱਲ ਬਹੁਤ ਵੱਧ ਰਹੇ ਨੇ ਉੱਥੇ ਘਰਾਂ ਦੀਆਂ ਪ੍ਰਾਈਸਿਸ ਬਹੁਤ ਵੱਧ ਰਹੀਆਂ ਨੇ ਇਸ ਸਮੇਂ, ਕਿਉਂਕਿ ਟੋਰਾਂਟੋ ਵੈਨਕੂਵਰ ਦੇ ਵਿੱਚ ਤਾਂ ਘਰ ਜਿਹੜੇ ਨੇ ਉਹ ਅਫੋਰਡ ਕਰਨ ਵਾਲੀ ਨਹੀਂ ਰਹਿ ਗਏ। ਕੱਲ੍ਹ ਮੈਂ ਇੱਕ ਰੀਅਲ ਸਟੇਟ ਦੇ ਮਾਹਰ ਨੇ ਉਹਨਾਂ ਨਾਲ ਗੱਲ ਕਰ ਰਿਹਾ ਸੀ, ਉਹ ਦੱਸ ਰਹੇ ਸੀ ਕਿ ਪਿਛਲੇ ਸਾਲ ਨਾਲੋਂ 20% ਜਿਹੜੀ ਐਵਰੇਜ ਕੈਨੇਡੀਅਨ ਘਰਾਂ ਦੀ ਪ੍ਰਾਈਸ ਉਹ ਵੱਧ ਚੁੱਕੀ ਹੈ ਅਤੇ ਕੈਲਗਰੀ ਹਜੇ ਵੀ ਸਟਿਲ ਵੈਨਕੂਵਰ ਟੋਰਾਂਟੋ ਦੇ ਮੁਕਾਬਲੇ ਪ੍ਰਾਈਸਿਸ ਠੀਕ ਨੇ। ਪਰ ਮੈਂ ਦੇਖ ਰਿਹਾ ਸੀ ਕਿ ਇਸ ਸਮੇਂ ਬਹੁਤ ਸਾਰੀਆਂ ਜਿਹੜੀਆਂ ਨੇ ਲੋਟਸ, ਕਿਉਂਕਿ ਫਿਊਚਰ ਵਾਸਤੇ ਪਲਾਨ ਕਰਕੇ ਬਣਾਈਆਂ ਜਾਂਦੀਆਂ ਨੇ, ਪਰ ਉਹ ਆਲਮੋਸਟ ਸਾਰੀਆਂ ਵਿਕ ਚੁੱਕੀਆਂ ਨੇ। ਕੀ ਸਿਟੀ ਕੋਈ ਪਲਾਨ ਲਿਆਵੇਗਾ ਕਿ ਤੇਜ਼ੀ ਨਾਲ ਜਿਹੜੇ ਲੋਟ ਨੇ ਉਹ ਡਿਵੈਲਪ ਕੀਤੇ ਜਾਣ? ਵੈਸੇ ਕਰਨੇ ਤਾਂ ਡਿਵੈਲਪਰ ਨੇ ਹੁੰਦੇ ਨੇ, ਪਰ ਕਿਸ ਤਰੀਕੇ ਨਾਲ ਲੋਟ ਤੇਜ਼ੀ ਨਾਲ ਡਿਵੈਲਪ ਕੀਤੇ ਜਾਣ ਤਾਂ ਕਿ ਇਹ ਜਿਹੜੀ ਹਾਊਸ ਪ੍ਰਾਈਸਿਸ ਅਸਮਾਨ ਨੂੰ ਛੂਹਣ ਲੱਗ ਪਈ ਹੈ ਜਾਂ ਛੂਹੇਗੀ ਲੱਗਦਾ ਹੈ, ਉੱਤੇ ਥੋੜ੍ਹਾ ਬਹੁਤਾ ਕੰਟਰੋਲ ਕੀਤਾ ਜਾ ਸਕੇ ਤਾਂ ਕਿ ਕੈਲਗਰੀ ਖਿੱਚ ਦਾ ਕੇਂਦਰ ਹਮੇਸ਼ਾ ਹੀ ਬਣਿਆ ਰਹੇ ਬਾਹਰਲੇ ਲੋਕਾਂ ਲਈ। ਦੇਖੋ ਸਿੱਧੂ ਸਾਹਿਬ, ਮੈਂ ਵੀ ਇੱਕ ਟੋਰਾਂਟੋ ਤੋਂ ਆਏ ਸੀਗੇ ਰੀਅਲ ਐਸਟੇਟ ਬ੍ਰੋਕਰ, ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀ, ਉਹ ਵੀ ਇੱਥੇ ਆ ਕੇ ਇਨਵੈਸਟ ਕਰ ਰਹੇ ਨੇ ਤੇ ਉਹਨਾਂ ਨੇ ਆਈ ਥਿੰਕ ਐਡਮਿੰਟਨ ਦੇ ਵਿੱਚ 9 ਘਰ ਲਏ ਨੇ ਆਪਦੇ ਇਨਵੈਸਟਰਸ ਦੇ ਲਈ, ਕੈਲਗਰੀ 'ਚ ਲਏ ਨੇ। ਇਹ ਬਹੁਤ ਵੱਡਾ ਇਸ਼ੂ ਇਹਦੇ 'ਚ ਇਹ ਹੈਗਾ ਕਿ ਸਿਟੀ ਕੀ ਕਰੇ, ਸਿਟੀ ਲੈਂਡ ਅਪਰੂਵ ਕਰ ਸਕਦੀ ਹੈ, ਜਿਹੜੇ ਗਰੋਥ ਮੈਨੇਜਮੈਂਟ GMO ਅਸੀਂ ਕਹਿ ਦਿੰਦੇ ਹਾਂ ਉਹ ਲਾਏ ਹੋਏ ਨੇ, ਅਸੀਂ ਉਹਨਾਂ ਨੂੰ ਚੁੱਕ ਸਕਦੇ ਹਾਂ। ਪਰ ਸਿੱਧੂ ਸਾਹਿਬ ਪ੍ਰੋਬਲਮ ਪਤਾ ਕੀ ਹੈਗੀ ਆ ਕਿ ਸਰਵਿਸਿਜ਼ ਜਿਹੜੀਆਂ ਔਖੀਆਂ, ਬਹੁਤ ਔਖੀਆਂ ਹੋ ਜਾਂਦੀਆਂ ਨੇ, ਮਹਿੰਗੀਆਂ ਪੈਂਦੀਆਂ ਨੇ। ਬਿਲਕੁਲ ਮਹਿੰਗੀਆਂ ਛੱਡੋ, ਅਫੋਰਡੇਬਲ ਹੈ ਨਹੀਂ ਸਾਡੇ ਲਈ। ਹੁਣ ਕਾਰਨਰ ਸਟੋਨ ਦੀ ਮੈਂ ਐਗਜ਼ਾਮਪਲ ਲੈ ਲੈਣਾ, ਜਿਹੜੇ ਦੇਖ ਰਹੇ ਨੇ ਕਾਰਨਰ ਸਟੋਨ 'ਚ ਉਹਨਾਂ ਨੂੰ ਪਤਾ ਹੋਊ, ਕਾਰਨਰ ਮੀਡੋਸ ਏਰੀਆ ਲੈ ਲਈ, ਉੱਥੇ ਬੱਸ ਸਰਵਿਸਿਜ਼ ਨਹੀਂ ਜੀ, ਉੱਥੇ ਹੁਣ 2-2 ਕਿਲੋਮੀਟਰ ਵਿਚਾਰੇ ਲੋਕ ਚੱਲ ਕੇ ਜਾ ਰਹੇ ਨੇ। ਘਰ ਬਣਾਉਣਾ ਇੱਕ ਚੀਜ਼ ਆ, ਸਰਵਿਸਿਜ਼ ਦੇਣਾ ਦੂਜੀ ਚੀਜ਼ ਆ। ਅਸੀਂ ਨਹੀਂ ਚਾਹੁੰਦੇ ਕਿ ਅਸੀਂ ਇੰਨੀ ਅਪਰੂਵ ਕਰੀ ਚੱਲੀਏ ਲੋਕ ਵਧੀਆ, ਜਿਹੜਾ ਹੁਣ ਕਾਰਨਰਸਟੋਨ ਏਰੀਆ ਸਟਰਕਚਰ ਪਲਾਨ ਆ ਸਿੱਧੂ ਸਾਹਿਬ, ਉਹਦੇ ਵਿੱਚ 70 ਤੋਂ 80 ਹਜ਼ਾਰ ਲੋਕਾਂ ਨੇ 3 ਕਮਿਊਨਿਟੀ ਸਿਟੀਸਕੇਪ, ਕਾਰਨਰਸਟੋਨ, ਰੈਡਸਟੋਨ ਦੇ ਵਿੱਚ ਮੂਵ ਹੋਣਾ ਅਗਲੇ 10 ਸਾਲਾਂ 'ਚ। ਕੀ ਉੱਥੇ ਸਰਵਿਸਿਜ਼ ਹੋਣਗੀਆਂ? ਅਸੀਂ ਨਹੀਂ ਕਹਿ ਸਕਦੇ ਹੋਣਗੀਆਂ, ਕਿਉਂਕਿ ਜਿਹੜਾ ਅਰਬਨ ਸਪਰੋਲ ਆ ਇੰਨਾ ਬੁਰਾ ਹੋ ਗਿਆ ਕੈਲਗਰੀ ਦੇ ਵਿੱਚ ਕਿ ਸਰਵਿਸਿਜ਼ ਮੇਨਟੇਨ ਨਹੀਂ ਹੋ ਰਹੀਆਂ, ਕਿਉਂਕਿ ਟੈਕਸ ਬੇਸ ਹੈ ਨਹੀਂ। ਇਸ ਲਈ ਜਿਹੜਾ ਕੈਲਗਰੀ ਦਾ ਮਿਊਨਿਸਪਲ ਡਿਵੈਲਪਮੈਂਟ ਪਲਾਨ ਆ ਉਹਦੇ ਵਿੱਚ ਜਿਹੜੀ ਇਨਰ ਸਿਟੀ ਡੈਂਸੀਫਿਕੇਸ਼ਨ ਦੇ ਉੱਤੇ ਜ਼ਿਆਦਾ ਗੱਲ ਕੀਤੀ ਗਈ ਹੈ ਕਿ ਜੇ ਅਸੀਂ ਉਹਨੂੰ ਵਧਾਈਏ, ਕੱਲ੍ਹ ਹੀ ਮੈਂ ਕਿਸੇ ਪਲੈਨਰ ਨਾਲ ਬੈਠਾ ਸੀਗਾ, 2035 ਤੱਕ 30%, 2070 ਤੱਕ 50% ਜੀ। ਸੋ ਲੋਟਾਂ ਨੂੰ ਸਾਨੂੰ ਕੋਈ ਨਹੀਂ, ਹੁਣ ਜਿਹੜੀ ਸਾਡੇ ਕੋਲ ਸਿਟੀ ਕੋਲ ਜਿਹੜੀ ਲੈਂਡ ਹੈਗੀ ਆ ਇਨਫ ਹੈਗੀ, ਅਸੀਂ ਕਰ ਸਕਦੇ ਹਾਂ, ਪਰ ਪ੍ਰੋਬਲਮ ਇਹ ਹੈ ਕਿ ਜਿੱਦਾਂ ਤੁਸੀਂ ਕਿਹਾ ਕਿ ਕੱਲ੍ਹ ਨੂੰ ਕੀ ਸਰਵਿਸਿਜ਼ ਦੇ ਸਕਾਂਗੇ ਜੇ ਅਸੀਂ ਉਹਨਾਂ ਦੀ ਲਾਈਫ ਨਹੀਂ ਬੈਟਰ ਕਰ ਰਹੇ। ਸਿਰਫ ਘਰ ਲੈਣਾ ਇੱਕ ਵੱਡੀ ਚੀਜ਼ ਨਹੀਂ ਹੁੰਦੀ ਜੀ, ਘਰ ਨੂੰ ਇੱਕ ਡ੍ਰੀਮ ਬਣਾਉਣਾ। ਸਕੂਲ ਅਲਬਰਟਾ ਗਵਰਨਮੈਂਟ ਸਕੂਲ ਨਾ ਬਣਾ ਸਕੀ, ਸਿਟੀ ਬੱਸਾਂ ਨਾ ਪ੍ਰੋਵਾਈਡ ਕਰ ਸਕੀ ਤਾਂ ਬਹੁਤ ਔਖਾ। ਹੁਣ ਤੁਹਾਡੇ ਮਾਧਿਅਮ ਤੋਂ ਹੀ ਮੈਂ ਦੱਸ ਦਿੰਦਾ ਵਾਂ, ਰੈਡਸਟੋਨ ਦੇ ਵਿੱਚ 2 ਸਾਈਡਸ ਨੇ ਸਕੂਲ ਦੀਆਂ ਜੀ, ਫਿਊਚਰ ਸਕੂਲ ਜੀ। ਪਹਿਲੀ ਗੱਲ ਤਾਂ ਸ਼ਾਇਦ ਉਹ ਸਕੂਲ ਕਦੇ ਬਣਾਉਣ, ਅੱਛਾ ਜੀ ਰਾਈਟ, ਸ਼ਾਇਦ ਮੈਂ ਕਈਆਂ ਦੇ ਦਿਲ ਤੋੜ ਰਿਹਾ। ਜੇ ਆ ਵੀ ਜਾਂਦਾ ਉਹਨਾਂ ਚੋਂ ਇੱਕ, ਉਹਨੂੰ 15 ਸਾਲ ਲੱਗ ਜਾਣੇ। ਇੰਨਾ ਸਮਾਂ ਜੀ? ਬਿਲਕੁਲ। ਮੇਰੀ ਪਿਛਲੇ ਵੀਕ ਜਿਹੜੇ ਆਪਣੇ ਇਸ ਏਰੀਏ ਦੇ ਵਾਰਡ 5 ਤੇ 10 ਦੇ ਆਪਣੇ ਸਕੂਲ ਬੋਰਡ ਟਰਸਟੀ ਨੇ ਮਰਲਿਨ ਡੈਨਿਸ, ਉਹਨਾਂ ਨਾਲ ਗੱਲ ਹੋ ਰਹੀ ਸੀਗੀ ਤੇ ਅਸੀਂ ਜਿਹੜਾ ਕੈਪੀਟਲ ਪਲਾਨ ਵਾਲੇ ਰਿਵਿਊ ਕਰ ਰਹੇ ਸੀਗੇ ਤੇ ਇਹੀ ਗੱਲ ਹੋ ਰਹੀ ਸੀ ਕਿ ਸ਼ਾਇਦ ਇਹ ਸਕੂਲ ਕਦੇ ਨਾ ਆਉਣ। ਹੁਣ ਜੇਕਰ 15 ਸਾਲ ਬਾਅਦ ਆਏ, ਜਿਹੜੇ ਬੱਚੇ ਇਸ ਸਾਲ ਪੈਦਾ ਹੋਣਗੇ ਉਹਨਾਂ ਤੇ ਮੈਨੂੰ ਲੱਗਦਾ ਹਾਈ ਸਕੂਲ ਵੀ ਪਾਸ ਕਰ ਜਾਣਾ ਜੀ। ਹੁਣ ਮੈਂ ਡੋਰ ਨੌਕਿੰਗ ਕੀਤੀ ਸੀ ਜਦੋਂ, ਤੇ ਮੈਨੂੰ ਰੈਡਸਟੋਨ, ਕਾਰਨਰਸਟੋਨ ਦੇ ਵਿੱਚੋਂ ਕਹਿ ਰਹੇ ਸੀ ਹਾਂਜੀ ਸਕੂਲ ਕਦੋਂ ਆ ਰਹੇ ਨੇ ਜੀ, ਸਕੂਲ ਦੀ ਸਾਈਟ ਆ। ਮੈਂ ਕਿਹਾ ਜੀ ਵੀ ਤੁਸੀਂ ਸੱਚ ਜਾਣਨਾ ਚਾਹੁੰਦੇ ਹੋ, ਸੱਚ ਇਹ ਹੈਗਾ ਸ਼ਾਇਦ ਇਹ ਸਕੂਲ ਕਦੇ ਨਾ ਆਉਣ, ਰਾਈਟ। ਹੁਣ ਜਿਹੜਾ ਇੱਕੋ ਇੱਕ ਸਕੂਲ ਹੁਣ ਆ ਰਿਹਾ ਵਾ, ਸ਼ਾਇਦ ਇਸ ਸਾਲ ਖੁੱਲ੍ਹ ਜੇ, ਸਕਾਈ ਵਿਊ ਸਕੂਲ ਜਿਹੜਾ ਮਿਡਲ ਸਕੂਲ ਆ, ਕੱਚੀ ਤੋਂ ਲੈ ਕੇ 9ਵੀਂ ਤੱਕ, ਉਹ ਸ਼ਾਇਦ ਇਸ ਸਾਲ ਖੁੱਲ੍ਹ ਜਾਵੇ, ਜੇ ਨਹੀਂ ਤਾਂ ਬਹੁਤ ਛੇਤੀ ਖੁੱਲ੍ਹਣ ਵਾਲਾ ਕੰਸਟਰਕਸ਼ਨ ਚੱਲ ਰਹੀ ਆ। ਉਸ ਤੋਂ ਬਾਅਦ ਆਪਣੇ ਨਾਰਥ ਈਸਟ ਦੇ ਵਿੱਚ ਵਾਰਡ 5 ਦੇ ਵਿੱਚ ਸਕੂਲ ਹੈਗਾ ਜੀ ਸੈਡਲ ਰਿਜ ਮਿਡਲ ਸਕੂਲ, ਹਜੇ ਉਹਦੀ ਕੋਈ ਫੰਡਿੰਗ ਨਹੀਂ। ਉਸ ਤੋਂ ਬਾਅਦ ਕਾਰਨਰਸਟੋਨ ਹਾਈ ਸਕੂਲ, ਉਹਦੀ ਕੋਈ ਫੰਡਿੰਗ ਨਹੀਂ। ਜੇ ਬੈਸਟ ਕੇਸ ਸਿਨੈਰੀਓ ਜੇ ਉਹ ਖੁੱਲੂਗਾ 2027 ਤੱਕ ਖੁੱਲੂਗਾ। ਫਿਰ ਤਾਂ ਮੈਨੂੰ ਲੱਗਦਾ ਕਿ ਅਲਬਰਟਾ ਬਜਟ ਹਮੇਸ਼ਾ ਹੀ ਸਰਪਲਸ ਰਹੇਗਾ ਜੀ। ਜੇਕਰ ਦੇਖੋ ਮੈਂ ਉਹੀ ਕਹਿ ਰਿਹਾ ਵਾਂ ਕਿ ਮਤਲਬ ਮੁਸ਼ਕਲਾਂ ਬਹੁਤ ਨੇ ਹੈ ਨਾ, ਤੇ ਅਸੀਂ ਐਜ਼ ਅ ਕਾਊਂਸਲ ਤਾਂ ਲੈਂਡ, ਸਰਵਿਸੇਬਲ ਲੈਂਡ ਦੇ ਦਿੰਦੇ ਹਾਂ ਕਿਉਂਕਿ ਸਾਡਾ ਇੱਕ ਜੁਆਇੰਟ ਐਗਰੀਮੈਂਟ ਹੈਗਾ CBE ਦੇ ਨਾਲ ਤੇ ਦੂਜੇ ਕੈਥਲਿਕ ਬੋਰਡ ਦੇ ਨਾਲ, ਪਰ
ਉਸ ਤੋਂ ਬਾਅਦ ਅਸੀਂ ਕੁਝ ਨਹੀਂ ਕਰ ਸਕਦੇ, ਸਾਰਾ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਹੱਥ 'ਚ ਆ। ਪ੍ਰੋਵਿੰਸ਼ੀਅਲ ਗਵਰਨਮੈਂਟ ਕਿਸ ਤਰ੍ਹਾਂ ਡਿਸਾਈਡ ਕਰਦੀ ਆ, ਜਿਹੜਾ ਕੈਪੀਟਲ ਪਲਾਨ ਦੇ ਵਿੱਚ ਰეკਮੈਂਡੇਸ਼ਨ ਜਾਂਦੀਆਂ, ਕ੍ਰਾਈਟੇਰੀਆ ਹੁਣ ਤੱਕ ਜਿਹੜਾ ਮੈਂ ਦੇਖਿਆ ਵਾ, ਸਿਨੈਰੀਓ ਦੇਖਿਆ ਵਾ, ਉਹੀ ਆ ਕਿ ਉਹ ਪਹਿਲਾ ਜਿਹੜਾ ਰეკਮੈਂਡੇਸ਼ਨ ਉਹਨੂੰ ਚੱਕ ਲੈਂਦੀ ਆ। ਇਸ ਤੋਂ ਪਹਿਲੀ ਜਿਹੜੀ ਗਵਰਨਮੈਂਟ ਸੀਗੀ ਸਿੱਧੂ ਸਾਹਿਬ, ਉਹ ਥੋੜੀ ਜਿਹੀ ਡਿਫਰੈਂਟ ਸੀਗੀ। ਉਹ ਜੇ 15 ਰეკਮੈਂਡੇਸ਼ਨ ਜਾਂਦੀਆਂ, ਪਹਿਲੀ ਚੁੱਕ ਲੈਂਦੀ ਸੀ, ਚੌਥੀ ਚੁੱਕ ਲੈਂਦੀ ਸੀ, 9ਵੀਂ, ਬੇਸਡ ਔਨ ਦਾ ਫੀਡਬੈਕ। ਸੋ ਮੁਸ਼ਕਲਾਂ ਹੈਗੀਆਂ, ਤੇ ਦੇਖਣ ਵਾਲੇ ਜਿਹੜੇ ਰੈਡਸਟੋਨ, ਸਿਟੀਸਕੇਪ, ਕੋਰਨਰਸਟੋਨ 'ਚ ਰਹਿੰਦੇ ਨੇ, ਸਕਾਈ ਵਿਊ, ਮੈਂ ਇਹਨਾਂ ਨਾਲ ਇਹੀ ਸ਼ੇਅਰ ਕਰਨਾ ਵਾ ਕਿ ਪਲੀਜ਼ ਮਤਲਬ ਸ਼ੋਰ ਉੱਥੇ ਸਕੂਲ ਸਾਈਟਸ ਨੇ, ਪਰ ਸ਼ਾਇਦ ਉੱਥੇ ਸਕੂਲ ਨਾ ਆਵੇ। ਮੈਂ ਨਹੀਂ ਕਹਿੰਦਾ, ਵੀ ਡੋਂਟ ਵਾਂਟ ਯੂ ਟੂ ਮੂਵ ਆਊਟ, ਰਹੋ। ਸਾਡੀ ਕੋਸ਼ਿਸ਼ ਇਹੀ ਰਹੂਗੀ ਕਿ ਹੋ ਸਕੇ ਮੈਂ ਕੰਮ ਕਰੀ ਜਾਊਂਗਾ ਸਕੂਲ ਬੋਰਡ ਪਰ ਆਪਣੇ ਲੋਕਲ ਐਮਐਲਏਸ ਨਾਲ ਵੀ ਜ਼ਰੂਰ ਗੱਲ ਬਿਲਕੁਲ। ਮੈਂ ਇਹੀ ਕਹਿਣਾ ਵੀ ਐਜੂਕੇਸ਼ਨ ਤਾਂ ਹੀ ਰੈਡਸਟੋਨ ਦੇ ਵਿੱਚ ਆਪਾਂ ਜਿਹੜਾ ਮੈਂ ਗੱਲ ਕੀਤੀ ਸੀਗੀ, ਇੱਕ ਟਾਊਨ ਹਾਲ ਰੱਖਿਆ, ਮੈਂ ਡੇਟ ਤੁਹਾਡੇ ਨਾਲ ਸ਼ੇਅਰ ਕਰੂੰਗਾ, ਤੁਸੀਂ ਕਰ ਦਿਓ, April ਦੇ ਵਿੱਚ। ਉੱਥੇ ਇਨਵਾਈਟ ਕੀਤਾ ਵਾ ਮੈਂ ਸਕੂਲ ਬੋਰਡ ਟਰਸਟੀ ਨੂੰ, ਉਹਨਾਂ ਨੇ ਮੈਨੂੰ ਕਹਿਤਾ ਕਿ ਆਉਣਗੇ, ਤੇ ਲੋਕਲ ਐਮਐਲਏਸ ਨੂੰ ਵੀ ਕਰੂੰਗਾ, ਤੇ ਜੇ ਹੋ ਸਕੇ ਕੋਸ਼ਿਸ਼ ਕਰਾਂਗੇ ਜਿਹੜੀ ਮਿਨਿਸਟਰੀ ਹੈਗੀ ਐਜੂਕੇਸ਼ਨ ਦੀ, ਉਹਨਾਂ ਨੂੰ ਵੀ, ਤਾਂ ਜੋ ਜਿਹੜੇ ਸਾਡੇ ਚਾਰੇ ਉੱਥੇ ਦੇ ਰੈਸੀਡੈਂਟ ਆ ਉਹਨਾਂ ਨੂੰ ਕਲੀਅਰ ਪਿਕਚਰ ਦਿਖ ਜਾਵੇ। ਬਹੁਤ ਸ਼ੁਕਰੀਆ ਜੀ ਰਾਜ ਧਾਲੀਵਾਲ ਜੀ, ਤੁਸੀਂ ਅੱਜ ਸਾਡੇ ਸਟੂਡੀਓ ਆਏ ਹੋ। ਅਤੇ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਕਿ ਕੈਲਗਰੀ ਦੇ ਵਾਰਡ ਨੰਬਰ 5 ਤੋਂ ਰਾਜ ਧਾਲੀਵਾਲ ਕਾਉਂਸਲਰ ਨੇ, ਬਹੁਤ ਸਾਰਾ ਕੰਮ ਕਰ ਰਹੇ ਨੇ। ਉਮੀਦ ਕਰਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੀਆਂ ਉਮੀਦਾਂ 'ਤੇ ਪੂਰਾ ਉਤਰਨਗੇ। ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਉਹਨਾਂ ਨੇ ਸਾਡੇ ਨਾਲ, ਸਾਡੇ ਦਰਸ਼ਕਾਂ ਨਾਲ, ਸਾਡੇ ਰੇਡੀਓ ਸੁਰ ਸੰਗਮ ਦੇ ਲਿਸਨਰ ਨਾਲ ਸਾਂਝੀ ਕੀਤੀ ਹੈ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸਾਨੂੰ ਸਮਾਂ ਦੇਣ ਲਈ। ਸ਼ੁਕਰੀਆ ਜੀ। ਨਹੀਂ ਜੀ, ਥੈਂਕ ਯੂ ਫॉर ਹੈਵਿੰਗ ਮੀ, ਤੇ ਸਾਰੇ ਦੇਖਣ ਵਾਲਿਆਂ ਨੂੰ ਵੀ ਦਾ ਧੰਨਵਾਦ। ਤੇ ਆਪਣਾ ਤਾਂ ਇਹੀ ਫਰਜ਼ ਆ ਕਿ ਇਨਫੋਰਮੇਸ਼ਨ ਦਿੰਦੇ ਰਹੀਏ। ਕਦੇ ਵੀ ਕਿਸੇ ਨੂੰ ਕੋਈ ਵੀ ਲੋੜ ਹੋਵੇ, ਮੈਥੋਂ ਮੇਰੇ ਨਾਲ ਗੱਲ ਕਰਨੀ ਆ ਜਾਂ ਇਨਫੋਰਮੇਸ਼ਨ ਚਾਹੀਦੀ ਹੈ, ਤੇ ਸਾਡੇ ਆਫਿਸ ਨੂੰ ਕੰਟੈਕਟ ਕਰੋ, ward5@calgary.ca। ਮੇਰਾ ਤੁਹਾਡੇ ਨਾਲ ਪ੍ਰੋਮਿਸ ਆ, ਵਿਦਿਨ 24 ਆਵਰਸ ਅਸੀਂ ਤੁਹਾਨੂੰ ਕੰਟੈਕਟ ਕਰਾਂਗੇ। ਜੇ ਨਹੀਂ ਹੋ ਸਕਿਆ ਤੇ ਮੈਂ ਪਰਸਨਲੀ ਕੋਸ਼ਿਸ਼ ਇਹੀ ਕਰਦਾ ਹੁੰਦਾ ਕਿ ਮੈਂ ਮਿਲਾਂ, ਤੇ ਆਪਾਂ ਅੱਗੇ ਵੀ ਗੱਲ ਕਰਦੇ ਰਹਾਂਗੇ। ਤੇ ਬਾਕੀ ਸਾਰਿਆਂ ਨੂੰ ਇਹੀ ਆ ਕਿ ਸਟੇ ਸੇਫ। ਰਿਸਟ੍ਰਿਕਸ਼ਨਸ ਚਲੀਆਂ ਗਈਆਂ ਨੇ, ਪਰ ਪਲੀਜ਼ ਜੇ ਹੋ ਸਕੇ ਤਾਂ ਮਾਸਕ ਪਾਓ ਜੀ, ਕਿਉਂਕਿ ਹਜੇ ਅਸੀਂ ਬਾਹਰ ਨਹੀਂ ਆਏ। ਸਾਵਧਾਨੀ ਵਰਤਣੀ ਬਹੁਤ ਜ਼ਰੂਰੀ ਹੈ। ਹਾਂਜੀ, ਤੇ ਥੈਂਕ ਯੂ ਜੀ। ਸ਼ੁਕਰੀਆ ਜੀ। ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।